सत श्री अकाल जी। आप सब जी का स्वागत है ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਅੱਜ ਦੀ ਵੀਡੀਓ ਬੇहद ਖਾਸ ਹੈ ਰਾਜੇ। ਜਿਹੜੇ ਬੱਚੇ ਅਕਸਰ ਮੈਸੇਜ ਕਰਦੇ ਰਹਿੰਦੇ ਆ ਤੇ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਕਾਫੀ ਵਾਰੀ ਰਿਕਵੈਸਟ ਆਈ ਹੈ ਕਿ ਸਰ ਇਤਿਹਾਸ ਦੇ ਨਾਲ ਰਿਲੇਟਡ ਵੱਧ ਤੋਂ ਵੱਧ ਵੀਡੀਓ ਕਰਵਾਇਆ ਕਰੋ, ਚਾਹੇ ਉਹ ਸਾਡੇ ਸਿਲੇਬਸ ਦੇ ਵਿੱਚ ਹੈਗੀਆਂ ਨੇ ਚਾਹੇ ਨਹੀਂ ਹੈਗੀਆਂ। ਤੇ ਅੱਜ ਅਜਿਹੀ ਇੱਕ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ, ਇੱਕ ਅਜਿਹੇ ਲੋਕ ਨਾਇਕ ਦੀ ਗਾਥਾ ਜਿਹਦੇ ਬਾਰੇ ਤੁਹਾਨੂੰ ਉਹ ਚੀਜ਼ਾਂ ਨਹੀਂ ਦੱਸੀਆਂ ਗਈਆਂ ਜਿਹੜੀਆਂ ਕਿ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਸੀਗੀਆਂ। ਇਹ ਆਪਣੇ ਪੰਜਾਬ ਦੀ ਕਹਿ ਲਓ, ਆਪਣੇ ਦੇਸ਼ ਦੀ ਤਰਾਸਗੀ ਹੈ ਵੀ ਆਪਣੇ ਜਿਹੜੇ ਸੂਰਮੇ ਹੋਏ ਹੈ, ਚਾਹੇ ਉਹ ਪੰਜਾਬ 'ਚ ਹੋਏ ਹੈ ਚਾਹੇ ਉਹ ਦੇਸ਼ 'ਚ ਹੋਏ ਹੈ, ਉਹਨਾਂ ਦਾ ਇਤਿਹਾਸ ਤਰੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਤੇ ਆਪਾਂ ਨੂੰ ਬਸ ਇੱਕ ਸੀਮਤ ਜਿਹਾ ਇਤਿਹਾਸ ਦੱਸਿਆ ਜਾਂਦਾ ਹੈ, ਆਪਾਂ ਉਹੀ ਪੜ੍ਹ ਕੇ ਬਸ ਆਪਾਂ ਖੁਸ਼ ਹੋ ਜਾਂਦੇ ਹਾਂ। ਪਰ ਐਕਚੁਅਲ ਕੀ ਸੀਗਾ ਉਹਦਾ ਇਤਿਹਾਸ, ਉਹਦੇ ਬਾਰੇ ਅੱਜ ਡਿਟੇਲ 'ਚ ਆਪਾਂ ਪੜਾਂਗੇ ਤੇ ਦੇਖਾਂਗੇ ਕੌਣ ਸੀਗਾ ਉਹ ਪੰਜਾਬ ਦਾ ਪਹਿਲਾ ਰੋਬਿਨ ਹੁੱਡ ਜਿਹਨੇ ਉਸ ਟਾਈਮ ਦੇ ਸਮੇਂ ਦੀ ਸਰਕਾਰਾਂ ਨੂੰ ਵਕਤ ਪਾ ਕੇ ਰੱਖਿਆ ਸੀਗਾ। ਤਾਂ ਗੱਲ ਕਰਦੇ ਹਾਂ ਜੀ, ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਪੰਜਾਬ ਦੇ ਪਹਿਲੇ ਰੋਬਿਨ ਹੁੱਡ ਦੀ ਗੱਲ ਕਰਨੀ ਹੈ। ਹੁਣ ਕਈਆਂ ਨੂੰ ਇਹ ਨਹੀਂ ਪਤਾ ਹੋਊਗਾ ਵੀ ਜਿਹੜਾ ਸ਼ਬਦ ਹੈਗਾ ਰੋਬਿਨ ਹੁੱਡ ਉਹ ਕਿਹਦੇ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਰੋਬਿਨ ਹੁੱਡ ਵੀ ਜਿਹੜਾ ਸੀਗਾ ਉਹ ਇੱਕ ਅੰਗਰੇਜ਼ੀ ਲੋਕ ਕਥਾਵਾਂ ਦਾ ਲੋਕ ਨਾਇਕ ਸੀਗਾ। ਮੰਨਿਆ ਜਾਂਦਾ ਉਹਦੀ ਇੱਕ ਮੂਰਤੀ ਹੈ, ਮੰਨਿਆ ਜਾਂਦਾ ਕਹਿੰਦੇ ਜੀ ਉਹ ਆਪਣੇ ਨਿਸ਼ਾਨੇ ਦੇ ਵਿੱਚ ਬੜਾ ਨਿਪੁੰਨ ਸੀਗਾ ਤੇ ਉਹ ਵੀ ਮਤਲਬ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀਗਾ, ਜਾਨੀ ਕਿ ਸਮੇਂ ਦੀ ਸਰਕਾਰਾਂ ਨਾਲ ਲੜ ਕੇ ਗਰੀਬਾਂ ਦੀ ਮਦਦ ਵਾਸਤੇ ਅੱਗੇ ਰਹਿੰਦਾ ਸੀਗਾ। ਤਾਂ ਇਸੇ ਕਰਕੇ ਸ਼ਬਦ ਰੋਬਿਨ ਹੁੱਡ ਆਇਆ, ਜਿਹਨੂੰ ਆਪਾਂ ਲੋਕ ਨਾਇਕ ਵੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ। ਤੇ ਅੱਜ ਆਪਾਂ ਗੱਲ ਕਰਨੀ ਹੈ ਜੀ ਪੰਜਾਬ ਦੇ ਉਸ ਲੋਕ ਨਾਇਕ ਦੀ ਜਿਹਨੇ ਉਸ ਟਾਈਮ ਦੀਆਂ ਹਕੂਮਤਾਂ ਨੂੰ ਸਰਕਾਰਾਂ ਨੂੰ ਵਕਤ ਪਾਇਆ ਸੀਗਾ ਤੇ ਹਕੂਮਤਾਂ ਨੂੰ ਇੰਨਾ ਕੁ ਵਕਤ ਪਾ ਕੇ ਰੱਖਿਆ ਕਿ ਉਹਨਾਂ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਲਾਹੌਰ ਤਬਦੀਲ ਕਰਨੀ ਪਈ। ਤਾਂ ਸ਼ੁਰੂ ਕਰਦੇ ਹਾਂ ਜੀ, ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ। ਜੇ ਵੀਡੀਓ ਵਧੀਆ ਲੱਗੂਗੀ ਬੇਟਾ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਣਾ ਜਿਹੜਾ ਪੰਜਾਬ ਦਾ ਵਡਮੁੱਲਾ ਇਤਿਹਾਸ ਹੈਗਾ ਹਰ ਇੱਕ ਬੱਚੇ ਤੱਕ, ਹਰ ਇੱਕ ਭੈਣ ਤੱਕ, ਮਾਂ-ਬਾਪ ਤੱਕ ਪਹੁੰਚਣਾ ਚਾਹੀਦਾ ਹੈ। ਤਾਂ ਗੱਲ ਕਰਦੇ ਹਾਂ ਜੀ, ਤੁਹਾਨੂੰ ਪਹਿਲਾਂ ਮੈਂ ਦੇਖੋ ਕੋਈ ਵਿਰਲਾ ਹੀ ਮਨੁੱਖ ਹੋਊਗਾ ਪੰਜਾਬ ਦੇ ਵਿੱਚ ਜਿਹਨੇ ਆਹ ਸੁੰਦਰ ਮੁੰਦਰੀ ਵਾਲਾ ਗੀਤ ਨਹੀਂ ਸੁਣਿਆ ਹੋਣਾਗਾ। ਮੈਨੂੰ ਲੱਗਦਾ ਵੀ ਬੱਚਾ ਬੱਚਾ ਪੰਜਾਬ ਦਾ ਇਸ ਗੀਤ ਤੋਂ ਜਾਣੂ ਹੋਊਗਾ। ਜਦੋਂ ਬੱਚੇ ਲੋਹੜੀ ਮੰਗਦੇ ਆ ਅਕਸਰ ਇਹ ਗੀਤ ਗੁਣਗੁਣਾਉਂਦੇ ਆਪਾਂ ਨੂੰ ਦਿਖਾਈ ਦਿੰਦੇ ਆ। ਉਹ ਗੀਤ ਦੇ ਵਿੱਚ ਜ਼ਿਕਰ ਆਉਂਦਾ ਹੈ ਇੱਕ ਲੋਕ ਨਾਇਕ ਦਾ, ਜਾਨੀ ਕਿ ਦੁੱਲਾ ਭੱਟੀ ਜੀ ਦਾ ਜ਼ਿਕਰ ਆਉਂਦਾ ਹੈ। ਪਰ ਬਹੁਤ ਮਤਲਬ ਕਿ ਮੈਨੂੰ ਇਹ ਚੀਜ਼ ਮਾੜੀ ਲੱਗੀ ਆ ਕਿ ਆਪਾਂ ਨੂੰ ਸਿਰਫ ਬਸ ਇੰਨਾ ਕੀ ਪਤਾ ਹੈ ਕਿ ਦੁੱਲੇ ਭੱਟੀ ਨੇ 2 ਧੀਆਂ ਦਾ ਵਿਆਹ ਕੀਤਾ ਸੀਗਾ ਤਾਂ ਇਸ ਕਰਕੇ ਇਹ ਗੀਤ ਬਣਿਆ। ਪਰ ਉਸ ਗੀਤ ਦੇ ਬਣਨ ਪਿੱਛੇ ਕਹਾਣੀ ਕੀ ਸੀਗੀ, ਕੌਣ ਸੀ ਦੁੱਲਾ ਭੱਟੀ ਤੇ ਕਿਉਂ ਉਹਨੇ ਉਸ ਟਾਈਮ ਦੇ ਸਮੇਂ ਦੀ ਸਰਕਾਰਾਂ ਨਾਲ ਮੱਥਾ ਲਾਇਆ, ਤਾਂ ਇਹਦੇ ਬਾਰੇ ਆਪਾਂ ਅੱਜ ਡਿਟੇਲ 'ਚ ਗੱਲ ਕਰਨੀ ਹੈ। ਤਾਂ ਗੱਲ ਕਰਦੇ ਆ ਜੀ, ਆਪਾਂ ਲੋਹੜੀ ਤੇ ਅਕਸਰ ਆਹ ਗੀਤ ਗੁਣਗੁਣਾਉਂਦੇ ਹੋਏ ਆਪਾਂ ਖੁਦ ਵੀ ਗਾਉਂਦੇ ਆ ਤੇ ਆਪਾਂ ਨੂੰ ਬੱਚੇ ਵੀ ਮਿਲ ਜਾਂਦੇ ਆ, ਜਾਂ ਜਿਨ੍ਹਾਂ ਘਰੇ ਕੋਈ ਨਵਾਂ ਬਾਲ ਹੋਇਆ ਹੁੰਦਾ ਜਾਂ ਕਿਸੇ ਦਾ ਨਵਾਂ ਵਿਆਹ ਹੋਇਆ ਹੁੰਦਾ ਉਹਨਾਂ ਘਰੇ ਇਹ ਗੀਤ ਅਕਸਰ ਵੱਜਦਾ ਹੈ ਕਿ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ। ਇਹ ਸਾਰਿਆਂ ਨੇ ਆਪਾਂ ਨੇ ਸੁਣਿਆ ਹੋਇਆ ਗੀਤ। ਇਸ ਗੀਤ ਦਾ ਕੀ ਇਤਿਹਾਸ ਹੈਗਾ ਇਹ ਵੀ ਦੱਸ ਕੇ ਜਾਊਂਗਾ, ਪਰ ਪਹਿਲਾਂ ਆਪਾਂ ਗੱਲ ਕਰਦੇ ਹਾਂ ਉਸ ਲੋਕ ਨਾਇਕ ਦੀ ਜਿਹਨੇ ਕਿ ਉਸ ਟਾਈਮ ਦੀ ਸਰਕਾਰਾਂ ਨਾਲ ਪੰਗਾ ਲਿਆ। ਤਾਂ ਕੌਣ ਸੀਗੇ ਇਹ ਦੁੱਲਾ ਭੱਟੀ ਜੀ? ਜੇ ਇਹਨਾਂ ਦਾ ਪੂਰੇ ਨਾਮ ਦੀ ਗੱਲ ਕਰੀਏ ਤਾਂ ਇਹਨਾਂ ਦਾ ਨਾਮ ਸੀਗਾ ਰਾਏ ਅਬਦੁੱਲਾ ਖਾਨ ਭੱਟੀ। ਠੀਕ ਹੈ ਜੀ, ਜਿਹੜਾ ਕਿ ਇਹਨਾਂ ਦਾ ਪੂਰਾ ਨਾਮ ਹੈਗਾ। ਵੈਸੇ ਜਿਹੜਾ ਪ੍ਰਚਲਿਤ ਨਾਮ ਹੈਗਾ ਰਾਜੇ ਉਹ ਨਾਮ ਹੈਗਾ ਜੀ ਦੁੱਲਾ ਭੱਟੀ। ਕੌਣ ਸੀ ਦੁੱਲਾ ਭੱਟੀ? ਦੁੱਲਾ ਭੱਟੀ ਜਾਤ ਦੇ ਵਜੋਂ ਅਗਰ ਆਪਾਂ ਦੇਖਣਾ ਹੋਵੇ ਤਾਂ ਜਾਤ ਵਜੋਂ ਇਹ ਰਾਜਪੂਤ ਸੀਗੇ। ਠੀਕ ਹੈ ਜੀ, ਇਹ ਪਿਛਲੇ ਮਤਲਬ ਕਿ ਪੁਰਾਣਾ ਜਿਹੜਾ ਇਹਨਾਂ ਦਾ ਖਾਨਦਾਨ ਸੀਗਾ ਉਹ ਰਾਜਸਥਾਨ ਦੇ ਵਿੱਚ ਰਹਿੰਦਾ ਸੀਗਾ। ਪਰ ਜਿਹੜਾ ਇਹਨਾਂ ਦਾ ਦਾਦਾ ਸੀਗਾ ਸੰਦਲਵਾਰ ਭੱਟੀ, ਉਹਨੇ ਪਾਕਿਸਤਾਨ ਦੇ ਵਿੱਚ ਜਾ ਕੇ ਜਿਹੜਾ ਅੱਜ ਵੀ ਇਲਾਕਾ ਹੈਗਾ ਉੱਥੇ ਸੰਦਲਬਾਰ ਉਹ ਵਸਾਇਆ ਸੀਗਾ। ਤਾਂ ਕਹਿਣ ਦਾ ਮਤਲਬ ਕੀ ਹੈਗਾ ਜੀ, ਇਹ ਰਾਜਪੂਤ ਭੱਟੀ ਹੋਏ ਨੇ। ਤਾਂ ਇਹ ਇੱਕ ਪ੍ਰਾਚੀਨ ਰਾਜਪੂਤ ਨਾਇਕ ਹੈ। ਠੀਕ ਹੈ ਜੀ, ਜਿਹੜਾ ਪੰਜਾਬ ਦਾ ਲੋਕ ਨਾਇਕ ਮੰਨਿਆ ਜਾਂਦਾ ਹੈ। ਤਾਂ ਜਿਨ੍ਹਾਂ ਨੇ ਉਸ ਟਾਈਮ ਦੇ ਜਿਹੜੇ ਸਮਰਾਟ ਸੀਗੇ ਅਕਬਰ ਉਹਦੇ ਖਿਲਾਫ ਬਗਾਵਤ ਕੀਤੀ ਸੀਗੀ। ਕਿਉਂ ਕੀਤੀ ਸੀ ਬਗਾਵਤ? ਇਹ ਅਕਸਰ ਤੁਹਾਡੇ ਦਿਮਾਗ 'ਚ ਹੁਣ ਕੁਐਸਚਨ ਆਊਗਾ ਵੀ ਅਕਬਰ ਦੇ ਵਰਖਲਾਫ ਕਿਉਂ ਇਹਨੇ ਬਗਾਵਤ ਕੀਤੀ ਸੀ, ਅਜਿਹਾ ਕੀ ਹੋ ਗਿਆ ਸੀਗਾ ਕਿ ਇਹਨਾਂ ਨੂੰ ਬਗਾਵਤ ਕਰਨੀ ਪਈ। ਤਾਂ ਇਸ ਚੀਜ਼ ਨੂੰ ਅਗਰ ਤੁਸੀਂ ਜਾਣਨਾ ਹੈਗਾ ਤਾਂ ਕੱਲਾ ਦੁੱਲੇ ਦਾ ਇਤਿਹਾਸ ਨਹੀਂ, ਦੁੱਲੇ ਦੇ ਪੁਰਖਿਆਂ ਦਾ ਇਤਿਹਾਸ ਵੀ ਆਪਾਂ ਨੂੰ ਪੜ੍ਹਨਾ ਪਊਗਾ, ਕਿਉਂਕਿ ਜੇ ਆਪਾਂ ਪੁਰਖਿਆਂ ਦਾ ਇਤਿਹਾਸ ਨਹੀਂ ਪੜਾਂਗੇ ਤਾਂ ਗੱਲ ਅਧੂਰੀ ਰਹਿ ਜਾਊਗੀ। ਤਾਂ ਗੱਲ ਕਰਦੇ ਹਾਂ ਜੀ ਉਹਨਾਂ ਸਮਿਆਂ ਦੀ। ਇਹ 16ਵੀਂ ਸਦੀ ਦੇ ਮਤਲਬ ਕਿ ਲੋਕ ਨਾਇਕ ਨੇ ਦੁੱਲਾ ਭੱਟੀ ਜੀ। ਗੱਲ ਹੈਗੀ ਆ ਜੀ ਅਕਬਰ ਸਮਰਾਟ ਦੇ ਸਮੇਂ ਦੀ ਗੱਲ ਆਪਾਂ ਕਰ ਰਹੇ ਹਾਂ। ਠੀਕ ਹੈ, ਅਕਬਰ ਦੇ ਸਮੇਂ ਕੀ ਹੋਇਆ ਸੀਗਾ, ਦੁੱਲੇ ਦਾ ਇੱਕ ਦਾਦਾ ਸੀਗਾ ਸੰਦਲ ਭੱਟੀ। ਠੀਕ ਹੈ ਜੀ, ਤੇ ਉਹਦਾ ਇੱਕ ਬਾਪ ਯਾਨੀ ਕਿ ਉਹਦੇ ਡੈਡੀ ਦਾ ਨਾਮ ਸੀਗਾ ਫਰੀਦ ਖਾਂ ਭੱਟੀ। ਦੋਨੇ ਕੀ ਸੀਗੇ? ਭੱਟੀ ਰਾਜਪੂਤ ਸੀਗੇ।
ਤੇ ਲਾਹੌਰ ਦੇ ਲਾਗੇ ਜਿਹੜਾ ਸੰਦਲਬਰ ਇਲਾਕਾ ਹੈਗਾ ਉਹ ਇਹਨਾਂ ਨੇ ਮੰਨਿਆ ਜਾਂਦਾ ਕਿ ਦੁੱਲੇ ਦੇ ਦਾਦੇ ਸੰਦਲ ਭੱਟੀ ਨੇ ਵਸਾਇਆ ਸੀਗਾ ਤੇ ਸੰਦਲਬਰ ਦੇ ਇਲਾਕੇ ਵਿੱਚੋਂ ਰਹਿੰਦੇ ਸੀਗੇ। ਪਰ ਹੁਣ ਹੁੰਦਾ ਕੀ ਹੈ ਤੁਹਾਨੂੰ ਪਤਾ ਹੈ, ਜਿੰਨੀਆਂ ਵੀ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਇਹ ਟੈਕਸ ਕਲੈਕਟ ਕਰਦੀਆਂ ਨੇ। ਠੀਕ ਹੈ, ਆਪਾਂ ਜਦੋਂ ਗੁਰੂ ਸਾਹਿਬਾਨ ਦੀ ਜੀਵਨੀ ਵੀ ਪੜ੍ਹੀ ਹੈ, ਆਪਾਂ ਦੇਖਿਆ ਕਿ ਜਿਹੜੇ ਯਾਤਰਾ ਟੈਕਸ ਹਟਾਇਆ ਸੀਗਾ ਅਕਬਰ ਨੇ, ਠੀਕ ਹੈ, ਗੁਰੂ ਅਰਜਨ ਦੇਵ ਜੀ ਦੇ ਕਹਿਣ ਤੇ। ਤਾਂ ਇਸੇ ਤਰ੍ਹਾਂ ਆਪਾਂ ਇਹ ਚੀਜ਼ਾਂ ਪੜ੍ਹਦੇ ਰਹਿੰਦੇ ਆ। ਤਾਂ ਟੈਕਸ ਬੜਾ ਕਲੈਕਟ ਕਰਦੇ ਸੀਗੇ, ਪਰ ਜਿਹੜੇ ਦੁੱਲੇ ਦੇ ਦਾਦੇ ਪੜਦਾਦੇ ਸੀਗੇ ਜਾਂ ਦੁੱਲੇ ਦਾ ਬਾਪ ਸੀਗਾ ਉਹ ਬੜੇ ਬਹਾਦਰ ਸੀਗੇ ਤੇ ਅੜਬ ਸੁਭਾਅ ਦੇ ਮਾਲਕ ਸੀਗੇ, ਜਿਹੜੇ ਕਿਸੇ ਦੀ ਈਨ ਨਹੀਂ ਮੰਨਦੇ ਸੀਗੇ, ਕਿਸੇ ਦੇ ਅੱਗੇ ਸਿਰ ਨਹੀਂ ਝੁਕਾਉਂਦੇ ਸੀਗੇ। ਤਾਂ ਉਸ ਟਾਈਮ ਤੇ ਕੀ ਸੀਗਾ ਵੀ ਜਿਹੜੀ ਮੁਗਲ ਸਰਕਾਰ ਸੀਗੀ ਉਹ ਬਹੁਤ ਮਤਲਬ ਕਿ ਜ਼ਮੀਨਾਂ ਦੇ ਉੱਪਰ ਲਗਾਨ ਲੈਂਦੀ ਸੀਗੀ। ਤਾਂ ਉਹ ਕਹਿੰਦੇ ਸੀਗੇ ਵੀ ਜ਼ਮੀਨਾਂ ਸਾਡੀਆਂ ਨੇ, ਮਿਹਨਤ ਅਸੀਂ ਕਰਦੇ ਆ ਤੇ ਸਾਡੇ ਤੋਂ ਪੈਸਾ ਇਹ ਸਰਕਾਰਾਂ ਲੁੱਟ ਕੇ ਲੈ ਜਾਂਦੀਆਂ ਨੇ, ਅਸੀਂ ਪੈਸਾ ਕਿਉਂ ਦਈਏ। ਤਾਂ ਕਹਿੰਦੇ ਜੀ ਉਹਨਾਂ ਨੇ ਮੁਗਲ ਸਰਕਾਰ ਦੀ ਈਨ ਮੰਨਣ ਤੋਂ ਕੀ ਕਰਤਾ ਸੀਗਾ, ਇਨਕਾਰ ਕਰਤਾ ਸੀਗਾ। ਤੇ ਕਹਿਣ ਦਾ ਭਾਵ ਕੀ ਹੈਗਾ ਕਿ ਉਹਨਾਂ ਨੇ ਲਗਾਨ ਦੇਣਾ ਬੰਦ ਕਰਤਾ, ਟੈਕਸ ਦੇਣਾ ਬੰਦ ਕਰਤਾ। ਤਾਂ ਦੇਖੋ ਜਦੋਂ ਹੁਣ ਸਮੇਂ ਦੀਆਂ ਸਰਕਾਰਾਂ ਨੂੰ ਟੈਕਸ ਦੇਣਾ ਬੰਦ ਕਰ ਦੇਣਗੇ ਤਾਂ ਓਬਵੀਅਸ ਹੈ ਕਿ ਸਰਕਾਰਾਂ ਕੀ ਕਰਨਗੀਆਂ, ਸਰਕਾਰਾਂ ਨੂੰ ਬੰਦੇ ਚੰਗੇ ਨਹੀਂ ਲੱਗਣਗੇ। ਜੇ ਅੱਜ ਦੇ ਟਾਈਮ ਦੀ ਵੀ ਗੱਲ ਕਰ ਲਈਏ ਆਪਾਂ, ਅਗਰ ਸਰਕਾਰ ਦੇ ਵਰਖਲਾਫ ਕੋਈ ਗੱਲ ਕਰਦੇ ਆ ਤੇ ਨਾਲ ਦੀ ਨਾਲ ਚੱਕ ਕੇ ਦੇਸ਼ ਧਰੋਹ ਦਾ ਮਾਮਲਾ ਪਾ ਕੇ ਆਪਾਂ ਨੂੰ ਅੰਦਰ ਕਰ ਦਿੰਦੇ ਆ। ਆਪਾਂ ਦੇਖਿਆ ਹੀ ਹਾਲ ਹੀ ਦੇ ਵਿੱਚ ਐਗਜ਼ਾਮਪਲ ਆਪਣੇ ਸਾਹਮਣੇ ਭਾਈ ਅਮਰਿਤਪਾਲ ਸਿੰਘ ਹੈਗੇ ਆ। ਠੀਕ ਹੈ, ਤਾਂ ਗੱਲ ਕੀ ਹੈ ਜੀ, ਹੁਣ ਦੇਖੋ ਇਹਦੇ ਆਪਾਂ ਅਗਰ ਗੱਲ ਕਰੀਏ, ਇਹਨਾਂ ਦੇ ਦਾਦਾ ਜੀ ਤੇ ਇਹਨਾਂ ਦੇ ਪਿਤਾ ਜੀ ਨੇ ਕੀ ਕਰਤਾ, ਲਗਾਨ ਦੇਣਾ ਬੰਦ ਕਰਤਾ। ਤੇ ਜਿਹੜੇ ਮੁਗਲ ਸਰਕਾਰ ਦੇ ਜਿਹੜੀ ਫੌਜ ਦੇ ਬੰਦੇ ਹੁੰਦੇ ਸੀਗੇ, ਕਰਮਚਾਰੀ ਹੁੰਦੇ ਸੀਗੇ, ਜਿਹੜੇ ਇਹਦੇ ਦੁੱਲਾ ਭੱਟੀ ਜੀ ਦੇ ਜਿਹੜੇ ਪੁਰਖੇ ਸੀਗੇ ਉਹਨਾਂ ਨੂੰ ਟਿੱਚ ਨਹੀਂ ਸਮਝਦੇ ਸੀਗੇ, ਉਹਨਾਂ ਨੂੰ ਕੁੱਟਦੇ ਸੀਗੇ, ਲੁੱਟ ਕੇ ਮਾਰ ਕੇ ਭਜਾ ਦਿੰਦੇ ਸੀਗੇ। ਤਾਂ ਮਤਲਬ ਬਹੁਤ ਬਹਾਦਰ ਸੀਗੇ। ਤਾਂ ਲਗਾਨ ਦੀ ਵਸੂਲੀ ਨਾ ਹੋਣ ਕਰਕੇ, ਠੀਕ ਹੈ ਜੀ, ਰੋਜ਼ ਦੀਆਂ ਮਾਰ ਧੜਾਂ ਦੀਆਂ ਖਬਰਾਂ ਜਿਹੜੀਆਂ ਹੈਗੀਆਂ ਨੇ ਇਹ ਸਰਕਾਰ ਕੋਲੇ ਪਹੁੰਚਦੀਆਂ ਰਹਿੰਦੀਆਂ ਸੀਗੀਆਂ ਤੇ ਅਕਬਰ ਨੂੰ ਗੁੱਸਾ ਆਉਂਦਾ ਸੀਗਾ। ਤੇ ਇੱਕ ਦਿਨ ਅਕਬਰ ਦੇ ਗੁੱਸੇ ਦਾ ਪਾਰਾ ਕੀ ਹੋ ਗਿਆ, ਬਹੁਤ ਚੜ ਗਿਆ। ਤਾਂ ਅਕਬਰ ਨੇ ਸੋਚਿਆ ਵੀ ਹੁਣ ਤਾਂ ਬਹੁਤ ਹੋ ਗਿਆ ਯਾਰ, ਵੀ ਇਸ ਤਰ੍ਹਾਂ ਤਾਂ ਬਾਕੀ ਸਾਰੇ ਮੇਰੀ ਪ੍ਰਜਾ ਦੇ ਵਿੱਚ ਕੀ ਹੋ ਜਾਊਗਾ, ਵਿਦਰੋਹ ਫੈਲ ਜਾਊਗਾ। ਤਾਂ ਅਕਬਰ ਨੇ ਕਿਹਾ ਵੀ ਜਿਹੜਾ ਦੁੱਲਾ ਹੈਗਾ ਤੇ ਉਹਦਾ ਬਾਪ ਹੈਗਾ, ਸੌਰੀ ਦੁੱਲੇ ਦਾ ਬਾਪ ਤੇ ਦਾਦਾ, ਠੀਕ ਹੈ, ਜਾਨੀ ਕਿ ਉਸ ਟਾਈਮ ਤੇ ਹਜੇ ਦੁੱਲੇ ਦੀ ਗੱਲ ਨਹੀਂ ਹੋ ਰਹੀ, ਦੁੱਲੇ ਦਾ ਹਜੇ ਜਨਮ ਨਹੀਂ ਹੋਇਆਗਾ। ਅਕਬਰ ਨੇ ਜਿਹੜੇ ਉਸ ਟਾਈਮ ਤੇ ਦੁੱਲੇ ਦਾ ਬਾਪ ਸੀਗਾ ਸੰਦਲ ਭੱਟੀ ਤੇ ਆਪਣਾ, ਠੀਕ ਹੈ ਜੀ, ਉਹਦਾ ਬਾਪ, ਦੋਵਾਂ ਨੂੰ ਕਹਿੰਦਾ ਜੀ, ਕਹਿੰਦਾ ਬੰਨ ਕੇ ਦਰਬਾਰ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ। ਤਾਂ ਉਸ ਟਾਈਮ ਤੇ ਇੱਕ ਬੰਦਾ ਸੀਗਾ ਮੱਕਾ, ਠੀਕ ਹੈ ਜੀ, ਮੱਕਾ ਮਲਕੇਰਾ। ਉਸ ਟਾਈਮ ਤੇ ਇੱਕ ਇਹਨਾਂ ਦਾ ਮਤਲਬ ਕੀ ਸੀਗਾ, ਇਹਨਾਂ ਦੀ ਫੌਜ ਦਾ ਹੀ ਬੰਦਾ ਸੀਗਾ ਮੱਕਾ ਮਲਕੇਰਾ। ਠੀਕ ਹੈ ਜੀ, ਮੱਕਾ ਮਲਕੇਰਾ ਜਿਹੜਾ ਸੀਗਾ ਇੱਕ ਬੜਾ ਨਿਰਦਈ ਬੰਦਾ ਕਹਿ ਲਓ, ਬਟ ਸੂਰਮਾ ਸੀਗਾ, ਬਹੁਤ ਬਹਾਦਰ ਸੀਗਾ। ਤੇ ਉਹਨੇ ਫਿਰ ਕਹਿੰਦੇ ਜੀ ਇੱਕ ਟੁਕੜੀ ਲੈ ਕੇ ਫੌਜ ਦੀ ਉਹਨੇ ਹਮਲਾ ਕੀਤਾ, ਜਾਣੀ ਕਿ ਸੰਦਲਬਾਰ ਦੇ ਉੱਪਰ ਹਮਲਾ ਕੀਤਾ। ਤਾਂ ਉਸ ਹਮਲੇ ਦੇ ਵਿੱਚ ਮੰਨਿਆ ਜਾਂਦਾ ਹੈ, ਕਹਿੰਦੇ ਜੀ ਬਹੁਤ ਤਕੜੀ ਲੜਾਈ ਹੁੰਦੀ ਹੈ ਤੇ ਸੰਦਲਬਾਰ ਭੱਟੀ ਹੋਣੇ ਜਿਹੜਾ ਮੱਕਾ ਮਲਕੇਰਾ ਹੈਗਾ ਇਹਨੂੰ ਹਰਾ ਦਿੰਦੇ ਆ। ਜਦੋਂ ਹਰਾ ਦਿੰਦੇ ਆ ਤੇ ਫਿਰ ਮਤਲਬ ਥੋੜੇ ਜਿਹੇ ਬੰਦਿਆਂ ਤੋਂ ਇੰਨੀ ਵੱਡੀ ਫੌਜ ਦੀ ਹਾਰ ਹੋਣੀ ਤਾਂ ਮੁਗਲ ਸਲਤਨਤ ਵਾਸਤੇ ਬਹੁਤ ਮਾੜੀ ਜਾਂ ਸ਼ਰਮਨਾਕ ਗੱਲ ਸੀਗੀ। ਪਰ ਫਿਰ ਗੁੱਸੇ ਵਿੱਚ ਆ ਕੇ ਉਹ ਮਤਲਬ ਗਿਣਤੀ ਵਿੱਚ ਘੱਟ ਸੀਗੇ, ਅਕਬਰ ਦੇ ਜਿਹੜੇ ਦੁੱਲੇ ਦੇ ਬਾਪ ਦਾਦੇ ਸੀਗੇ ਉਹਨਾਂ ਦੇ ਨਾਲ ਜਿਹੜੇ ਬੰਦੇ ਸੀਗੇ ਘੱਟ ਸੀਗੇ। ਤਾਂ ਉਹਨਾਂ ਨੇ ਹੋਰ ਫੌਜਾਂ ਬੁਲਾ ਕੇ ਅਕਬਰ ਦੀਆਂ ਤੇ ਉਹਨਾਂ ਨੂੰ ਕੀ ਕਰ ਲੈਂਦੇ ਆ, ਉਹਨਾਂ ਨੂੰ ਬੰਨ ਲੈਂਦੇ ਆ, ਜਾਨੀ ਕਿ ਉਹਨਾਂ ਨੂੰ ਬੰਨ ਕੇ ਕੀ ਕਰਦੇ, ਦਰਬਾਰ ਦੇ ਵਿੱਚ ਪੇਸ਼ ਕਰ ਦਿੰਦੇ ਆ। ਕੌਣ ਕਰਦਾ, ਮੱਕਾ ਮਲਕੇਰਾ, ਇਹ ਨਾਮ ਯਾਦ ਰੱਖਿਓ। ਤਾਂ ਫੌਜਾਂ ਜਦੋਂ ਜਾਂਦੀਆਂ ਨੇ, ਕਹਿਣ ਦਾ ਮਤਲਬ ਸੰਦਲਬਾਰ ਤੇ ਹਮਲਾ ਕਰਦੀਆਂ ਫੌਜਾਂ, ਤਾਂ ਉਹਦੇ ਵਿੱਚ ਆ ਬੰਦਾ ਹੁੰਦਾ ਜੀ ਮੱਕਾ ਮਲਕੇਰਾ, ਜਾਨੀ ਕਿ ਬਹੁਤ ਬਹਾਦਰ ਹੁੰਦਾ। ਤਾਂ ਇਹ ਬੰਦਾ ਮਤਲਬ ਕੀ ਕਰਦਾ ਜੀ, ਜਾ ਕੇ ਆਪਣਾ ਜਿਹੜੇ ਫਰੀਦ ਭੱਟੀ ਹੁੰਦਾ ਦੁੱਲੇ ਦਾ ਬਾਪ ਤੇ ਉਹਦਾ ਦਾਦਾ ਜਿਹੜਾ ਹੁੰਦਾ, ਠੀਕ ਹੈ ਜੀ, ਸੰਦਲਬਾਰ ਭੱਟੀ, ਉਹਨਾਂ ਨੂੰ ਫੜ ਕੇ ਦਰਬਾਰ ਵਿੱਚ ਲੈ ਜਾਂਦੇ ਆ। ਤਾਂ ਉਹਨਾਂ ਨੂੰ ਈਨ ਮੰਨਣ ਵਾਸਤੇ ਕਿਹਾ ਜਾਂਦਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਤੁਸੀਂ ਇਹ ਕੰਮ ਨਾ ਕਰੋ, ਤੁਸੀਂ ਆਪਣੇ ਬੰਦਿਆਂ ਨੂੰ ਸਗੋਂ ਟੈਕਸ ਭਰਨ ਵਾਸਤੇ ਕਹੋ। ਪਰ ਉਹ ਈਨ ਨਹੀਂ ਮੰਨਦੇਗੇ, ਉਹ ਨਾ ਕਰ ਦਿੰਦੇ ਆ। ਤਾਂ ਅਕਬਰ ਨੇ ਅੱਗੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਉਹਨਾਂ ਦੇ ਸਿਰ ਕਲਮ ਕਰਤੇ, ਜਾਨੀ ਕਿ ਉਹਨਾਂ ਨੂੰ ਸਜ਼ਾ ਦਿੱਤੀ, ਉਹਨਾਂ ਦੇ ਸਿਰ ਵੱਢਤੇ, ਦੋਨਾਂ ਦੇ, ਬਾਪ ਤੇ ਦਾਦੇ ਦੇ। ਤੇ ਦਹਿਸ਼ਤ ਪਾਉਣ ਵਾਸਤੇ ਵੀ ਅੱਗੇ ਤੋਂ ਕੋਈ ਸਿਰ ਨਾ ਚੱਕ ਸਕੇ ਸਾਡੇ ਵਰਖਲਾਫ, ਉਹਨਾਂ ਦੀਆਂ ਲਾਸ਼ਾਂ ਦੇ ਵਿੱਚ ਕੀ ਕਰਤਾ, ਸਿਰ ਕਲਮ ਕਰਕੇ ਲਾਸ਼ਾਂ ਦੇ ਵਿੱਚ ਕੀ ਭਰਤਾ, ਤੂੜੀ ਭਰਤੀ, ਫੂਸ ਭਰਤਾ। ਤੇ ਜਿਹੜਾ ਲਾਹੌਰ ਸ਼ਹਿਰ ਸੀਗਾ ਉਹਦਾ ਮੁੱਖ ਦਰਵਾਜ਼ਾ ਸੀਗਾ, ਉੱਥੇ ਕੀ ਕਰਤੀਆਂ, ਉਹਦੀਆਂ ਦੇ ਲਾਸ਼ਾਂ ਪੁੱਠੀਆਂ ਲਟਕਾਤੀਆਂ। ਠੀਕ ਹੈ, ਤਾਂ ਕਹਿਣ ਦਾ ਮਤਲਬ ਕੀ ਹੈ ਕਿ ਜਿਹੜੇ ਦੁੱਲੇ ਦੇ ਪੁਰਖੇ ਸੀਗੇ, ਚਾਹੇ ਉਹਦਾ ਬਾਪ ਸੀਗਾ ਫਰੀਦ ਜਾਂ ਫਿਰ ਉਹਦਾ ਦਾਦਾ ਸੀਗਾ, ਠੀਕ ਹੈ ਜੀ, ਤੇ ਸੰਦਲਬਾਰ ਭੱਟੀ, ਦੋਨੇ ਕੀ ਕਰਦੇ ਨੇ, ਬੜਕਾ ਮਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਜਾਂਦੇ ਆ। ਤਾਂ ਇਹ ਸੀਗੀ ਦੁੱਲੇ ਦੇ ਬਾਪ ਦਾਦੇ ਦੀ, ਠੀਕ ਹੈ ਜੀ, ਇੱਕ ਬਹਾਦਰੀ ਦੀ ਦਾਸਤਾਨ, ਬਹੁਤ ਛੋਟੀ ਜਿਹੀ ਦਾਸਤਾਨ ਦੱਸੀ ਹੈ ਤੁਹਾਨੂੰ ਮੈਂ। ਤਾਂ ਕਹਿਣ ਦਾ ਮਤਲਬ ਕੀ ਹੈਗਾ ਵੀ ਜੇ ਉਹਦੇ ਬਾਪ ਦਾਦੇ ਬਹੁਤ ਤਕੜੇ ਬਹਾਦਰ ਸੀਗੇ ਤਾਂ ਉਹਨਾਂ ਦਾ ਖੂਨ ਹੀ ਅੱਗੇ ਦੁੱਲੇ ਦੇ ਰਗਾਂ ਦੇ ਵਿੱਚ ਦੌੜਦਾ ਸੀਗਾ, ਤਾਂ ਹੀ ਦੁੱਲੇ ਨੇ ਫਿਰ ਕੀ ਕੀਤਾ, ਅੱਗੇ ਜਾ ਕੇ ਬਗਾਵਤ ਕੀਤੀ। ਤਾਂ ਹੁਣ ਆਪਾਂ ਇੱਥੋਂ ਪੜਨ ਜਾ ਰਹੇ ਹਾਂ ਦੁੱਲਾ ਭੱਟੀ ਜੀ ਦਾ ਇਤਿਹਾਸ। ਤੇ ਮਤਲਬ ਮੇਰੇ ਕੋਲ ਪਿਕਚਰ ਤਾਂ ਨਹੀਂ ਮਿਲੀ, ਤਾਂ ਇਸ ਤਰ੍ਹਾਂ ਕਿਹਾ ਜਾਂਦਾ ਵੀ ਜਿਹੜੀਆਂ ਲਾਹੌਰ ਦੇ ਮੁੱਖ ਦਰਵਾਜ਼ੇ ਹੈਗੇ ਆ ਉੱਥੇ ਲਾਸ਼ਾਂ ਪੁੱਠੀਆਂ ਲਟਕਾਈਆਂ ਜਾਂਦੀਆਂ, ਉਹਨਾਂ ਵਿੱਚ ਫੂਸ ਭਰਿਆ ਜਾਂਦਾ, ਤੂੜੀ ਭਰੀ ਜਾਂਦੀ ਹੈ। ਜੇ ਕਿਸੇ ਨੇ
ਕੁਲਦੀਪ ਮਾਨਕ ਸਾਹਿਬ ਦੀ ਕਲੀ ਸੁਣੀ ਹੋਊਗੀ, ਦੁੱਲਾ ਭੱਟੀ ਵਾਰ ਸੁਣੀ ਹੋਊਗੀ। ਉਹ 'ਚ ਉਹ ਕਹਿੰਦਾ ਵੀ ਹੈਗਾ ਕਿ ਲੱਦੀ ਦੁੱਲਾ ਜੰਮਿਆ, ਲੱਦੀ ਨੇ ਜਦੋਂ ਦੁੱਲਾ ਜੰਮਿਆ ਅਕਬਰ ਦੇ ਦਰਬਾਰ 'ਚ ਧੁੰਮਾਂ ਪੈ ਗਈਆਂ। ਤਾਂ ਲੱਦੀ ਕੌਣ ਸੀਗੀ? ਦੁੱਲੇ ਦੀ ਮਾਂ। ਠੀਕ ਹੈ, ਤਾਂ ਚਲੋ ਆਪਾਂ ਅੱਗੇ ਨੈਕਸਟ ਕੰਟੀਨਿਊ ਕਰਦੇ ਹਾਂ ਇਸ ਵੀਡੀਓ ਨੂੰ। ਤਾਂ ਹੁੰਦਾ ਕੀ ਹੈ ਜੀ, ਜਦੋਂ ਦੁੱਲੇ ਦੇ ਬਾਪ ਫਰੀਦ ਦੀ ਸ਼ਹਾਦਤ ਹੁੰਦੀ ਹੈ ਤੇ ਜਿਹੜੀ ਉਹਦੀ ਪਤਨੀ ਹੁੰਦੀ ਹੈ ਲੱਦੀ ਯਾਨੀ ਕਿ ਦੁੱਲੇ ਦੀ ਮਾਂ, ਉਸ ਟਾਈਮ ਤੇ 5 ਮਹੀਨੇ ਦੀ ਗਰਭਵਤੀ ਹੁੰਦੀ ਹੈ। ਤਾਂ 4 ਮਹੀਨੇ ਬਾਅਦ ਜਦੋਂ ਦੁੱਲੇ ਦਾ ਜਨਮ ਹੁੰਦਾ ਹੈ ਫਰੀਦ ਜੀ ਦੀ ਮੌਤ ਤੋਂ ਬਾਅਦ, ਤਾਂ ਜਦੋਂ ਜਨਮ ਹੁੰਦਾ ਹੈ ਤਾਂ ਕੁਦਰਤ ਦੀ ਇੱਕ ਐਸੀ ਹੋਣੀ ਹੁੰਦੀ ਆ। ਦੇਖੋ ਕੁਦਰਤ ਨੇ ਸਭ ਕੁਝ ਲਿਖਿਆ ਹੁੰਦਾ, ਮੈਂ ਅਕਸਰ ਕਹਿਣਾ ਹੁੰਦਾ ਆਪਾਂ ਸਿਰਫ ਕਰੈਕਟਰ ਪਲੇ ਕਰਨ ਆਉਣੇ ਆ। ਕੁਦਰਤ ਨੇ ਸਭ ਕੁਝ ਲਿਖਿਆ ਹੁੰਦਾ ਹੈ, ਸਭ ਦਾ ਜੰਮਣਾ ਮਰਨਾ, ਸ਼ੌਹਰਤ, ਦੁੱਖ ਸੁੱਖ ਸਭ ਕੁਝ ਲਿਖਿਆ ਹੋਇਆ ਹੈ। ਤਾਂ ਕਹਿੰਦੇ ਜੀ ਕੁਦਰਤ ਦੀ ਇੱਕ ਐਸੀ ਹੋਣੀ ਹੁੰਦੀ ਹੈ ਵੀ ਜਿਸ ਦਿਨ ਦੁੱਲੇ ਦਾ ਜਨਮ ਹੁੰਦਾ ਹੈ ਉਸੇ ਦਿਨ ਹੀ ਅਕਬਰ ਦੇ ਘਰ ਵੀ ਇੱਕ ਪੁੱਤਰ ਜਨਮ ਲੈਂਦਾ ਹੈ। ਤਾਂ ਉਸ ਪੁੱਤਰ ਦਾ ਨਾਮ ਕੀ ਰੱਖਿਆ ਜਾਂਦਾ? ਸ਼ੇਖੂ ਰੱਖਿਆ ਜਾਂਦਾ ਹੈ। ਸ਼ੇਖੂ ਉਹੀ ਬੰਦਾ ਹੈ ਜਿਹੜਾ ਵੱਡਾ ਹੋ ਕੇ ਜਹਾਂਗੀਰ ਬਣਦਾ ਹੈ, ਜਿਹਨੇ ਬਾਅਦ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀਗਾ। ਤਾਂ ਕਹਿਣ ਦਾ ਮਤਲਬ ਕੀ ਹੈ, ਕੁਦਰਤ ਦੀ ਹੋਣੀ ਹੋਈ, ਜਿਸ ਦਿਨ ਦੁੱਲੇ ਦਾ ਜਨਮ ਹੋਇਆ ਉਸੇ ਦਿਨ ਹੀ ਕੀ ਹੋਇਆ ਜੀ, ਸ਼ੇਖੂ ਦਾ ਜਨਮ ਹੋਇਆ ਅਕਬਰ ਦੇ ਘਰ। ਹੁਣ ਅਕਬਰ ਮਨ ਵਿੱਚ ਸੋਚਦਾ ਯਾਰ ਵੀ ਜਿਹੜਾ ਮੇਰਾ ਜਵਾਕ ਹੋਇਆ ਇਹ ਬਹਾਦਰ ਹੋਣਾ ਚਾਹੀਦਾ, ਸੂਰਬੀਰ ਹੋਣਾ ਚਾਹੀਦਾ, ਬਲਵਾਨ ਹੋਣਾ ਚਾਹੀਦਾ ਤੇ ਇਨਸਾਫ ਪਸੰਦ ਵਿਅਕਤੀ ਬਣੇ, ਕਿਉਂਕਿ ਅਕਬਰ ਮਤਲਬ ਇੰਨਾ ਮਾੜਾ ਨਹੀਂ ਸੀਗਾ। ਬਾਕੀ ਜਿਵੇਂ ਹੁਣ ਜਹਾਂਗੀਰ ਹੋ ਗਿਆ, ਔਰੰਗਜ਼ੇਬ ਹੋ ਗਿਆ, ਬਹੁਤ ਮਾੜੇ ਆ। ਤਾਂ ਅਕਬਰ ਇਹ ਸੋਚਦਾ ਹੈ। ਤਾਂ ਅਕਬਰ ਆਪਣੇ ਜਿਹੜੇ ਦਰਬਾਰ ਦੇ ਵਿੱਚ ਜਿਹੜੇ ਉਹਨਾਂ ਦੇ ਨੌਕਰ ਹੁੰਦੇ ਆ ਉਹਨਾਂ ਨੂੰ ਕਹਿੰਦਾ ਵੀ ਕੋਈ ਐਸਾ ਅਪਾਓ ਦੱਸੋ ਮੈਨੂੰ ਵੀ ਜਿਹਦੇ ਨਾਲ ਮੇਰਾ ਜਿਹੜਾ ਸ਼ੇਖੂ ਹੈਗਾ ਸੂਰਬੀਰ ਬਣੇ, ਬਲਵਾਨ ਬਣੇ, ਇਨਸਾਫ ਪਸੰਦ ਵਿਅਕਤੀ ਬਣੇ। ਤਾਂ ਉਹ ਸਲਾਹ ਦਿੰਦੇ ਉਸ ਟਾਈਮ ਦੇ ਜਿਹੜੇ ਨਜੂਮੀ ਹੁੰਦੇ ਆ, ਉਹ ਕਹਿੰਦੇ ਆ ਜੀ ਬਾਦਸ਼ਾਹ ਸਲਾਮਤ ਵੀ ਆਪਾਂ ਨੂੰ ਕੋਈ ਅਜਿਹੀ ਔਰਤ ਦੀ ਭਾਲ ਕਰਨੀ ਪਊਗੀ ਜਿਹਨੇ ਇਸੇ ਦਿਨ ਸੇਮ ਜਿਸ ਦਿਨ ਸ਼ੇਖੂ ਜੰਮਿਆ ਉਸ ਦਿਨ ਕਿਸੇ ਹੋਰ ਪੁੱਤਰ ਨੂੰ ਜਨਮ ਦਿੱਤਾ ਹੋਵੇ ਤੇ ਜਿਹੜੀ ਬਹਾਦਰ ਹੋਵੇ, ਜਿਹੜੀ ਆਪ ਵੀ ਬਹਾਦਰ ਹੋਵੇ, ਉਹਦੇ ਪੁਰਖੇ ਵੀ ਬਹਾਦਰ ਹੋਣ। ਤਾਂ ਜਦੋਂ ਭਾਲ ਕੀਤੀ ਜਾਂਦੀ ਹੈ ਤਾਂ ਅਕਬਰ ਵੱਲੋਂ ਮਤਲਬ ਹੁਣ ਰਾਜੇ ਨੇ ਇੱਕ ਹੁਕਮ ਦਿੱਤਾ ਵੀ ਭਾਲ ਕਰਕੇ ਆਓ, ਵੀ ਇਦਾਂ ਦੀ ਔਰਤ ਲੱਭ ਕੇ ਆਓ। ਤਾਂ ਜਾਣਾ ਹੀ ਪੈਣਾ ਸੀਗਾ, ਵਿਚਾਰੇ ਨੌਕਰ ਸੀਗੇ, ਉਹਨਾਂ ਨੇ ਭਾਲ ਕੀਤੀ। ਭਾਲ ਕਰਦਿਆਂ ਕਰਦਿਆਂ ਉਹਨਾਂ ਨੂੰ ਪਤਾ ਲੱਗਿਆ ਕਿ ਸੰਦਲਬਾਰ ਦੇ ਨੇੜੇ ਇਲਾਕੇ ਦੇ ਵਿੱਚ ਇੱਕ ਪਿੰਡ ਹੈ ਪਿੰਡੀ ਭੱਟੀਆਂ। ਪਿੰਡੀ ਭੱਟੀਆਂ ਦੁੱਲਾ ਭੱਟੀ ਦਾ ਪਿੰਡ ਸੀਗਾ। ਪਿੰਡੀ ਭੱਟੀਆਂ ਵਿਖੇ ਇੱਕ ਔਰਤ ਨੇ ਜਨਮ ਦਿੱਤਾ ਹੈ ਕਿਸੇ ਬੱਚੇ ਨੂੰ। ਤਾਂ ਉਹ ਜਾ ਕੇ ਫਿਰ ਅਕਬਰ ਨੂੰ ਕਹਿੰਦੇ ਆ, ਠੀਕ ਹੈ ਜੀ, ਵੀ ਇੱਕ ਇਦਾਂ ਦੀ ਔਰਤ ਹੈਗੀ ਹੈ ਜਿਹਨੇ ਕੀ ਕੀਤਾ ਵੀ ਇਸੇ ਦਿਨ ਜਨਮ ਦਿੱਤਾ ਇੱਕ ਪੁੱਤਰ ਨੂੰ। ਤਾਂ ਕਹਿੰਦੇ ਜੀ ਅਜਿਹੀ ਸੂਰਬੀਰ ਮਾਂ ਦੀ ਭਾਲ ਦੇ ਵਿੱਚ ਸਾਰੇ ਰਾਜ ਦੇ ਵਿੱਚ ਐਲਚੀ ਭੇਜੇ ਜਾਂਦੇ ਆ ਤੇ ਕਿਸੇ ਨੇ ਲੱਦੀ ਬਾਰੇ ਜਾ ਕੇ ਆਖਿਆ ਵੀ ਉਸਨੇ ਪੁੱਤਰ ਨੂੰ ਜਨਮ ਦਿੱਤਾ, ਯਾਨੀ ਕਿ ਉਹਨਾਂ ਨੇ ਭਾਲ ਕਰ ਲਈ ਲੱਦੀ ਦੀ। ਵੇਖੋ ਕੁਦਰਤ ਦੀ ਹੋਣੀ ਕਿੱਡੀ ਬਲਵਾਨ ਹੈ ਕੁਦਰਤ। ਮਲਾਇਆ ਵੀ ਕਿਹਨੂੰ? ਜਾ ਕੇ ਉਹਨਾਂ ਨੂੰ ਮਲਾਇਆ ਜਿਹਨੇ ਬਾਅਦ ਦੇ ਵਿੱਚ ਇਹਨਾਂ ਤੋਂ ਬਦਲਾ ਲੈਣਾ। ਤਾਂ ਕਹਿੰਦੇ ਜੀ ਲੱਦੀ ਨੂੰ ਬਾਦਸ਼ਾਹ ਨੇ ਦਰਬਾਰ ਦੇ ਵਿੱਚ ਬੁਲਾਇਆ। ਹੁਣ ਬਾਦਸ਼ਾਹ ਨੇ ਦਰਬਾਰ 'ਚ ਲੱਦੀ ਨੂੰ ਬੁਲਾਇਆ ਭਾਈ, ਤਾਂ ਬਾਦਸ਼ਾਹ ਉਸ ਟਾਈਮ ਦਾ ਬਹੁਤ ਮਤਲਬ ਬਲਵਾਨ ਹੈ ਤੇ ਲੱਦੀ ਵਿਚਾਰੀ ਦਾ ਨਾ ਤਾਂ ਸਿਰ ਤੇ ਬਾਪ ਹੈ ਯਾਨੀ ਕਿ ਘਰ ਵਾਲਾ ਹੈਗਾ, ਨਾ ਕੋਈ ਸਹੁਰਾ ਹੈਗਾ, ਤੇ ਨਾ ਜਿਹੜੇ ਲੱਦੀ ਦੇ ਜਿਹੜੇ ਪੇਕੇ ਸੀਗੇ ਯਾਨੀ ਕਿ ਦੁੱਲੇ ਦੇ ਨਾਨਕੇ, ਉਹਨਾਂ ਨੇ ਵੀ ਕੋਈ ਬਾਂਹ ਨਹੀਂ ਫੜੀ। ਤਾਂ ਕਹਿਣ ਦਾ ਮਤਲਬ ਵਿਚਾਰੀ ਕੱਲੀ ਕਹਿਰੀ ਦੁੱਖ ਸਹਾਰਦੀ ਰਹੀ ਤੇ ਉਹਨੇ ਮਤਲਬ ਕਿ ਜਨਮ ਦਿੱਤਾ ਦੁੱਲੇ ਨੂੰ। ਤਾਂ ਉਹ ਬਾਦਸ਼ਾਹ ਦਾ ਹੁਕਮ ਕਿਵੇਂ ਟਾਲ ਸਕਦੀ ਸੀਗੀ? ਤਾਂ ਸ਼ੇਖ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੂੰ ਦਿੱਤੀ ਗਈ, ਲੱਦੀ ਨੂੰ ਦਿੱਤੀ ਗਈ। ਤਾਂ ਫਿਰ ਕੀ ਕਰਦਾ ਦੇਖੋ ਜੀ, ਕਹਿੰਦੇ ਜੀ ਮੁਗਲ ਸਰਕਾਰ ਨੇ ਫਿਰ ਜਦੋਂ ਲੱਦੀ ਦੇ ਪਿੰਡ ਵਿੱਚ ਅਨੇਕਾਂ ਹੀ ਸੁੱਖ ਸਹੂਲਤਾਂ ਮੁਹੱਈਆ ਕਰਵਾਈਆਂ, ਕਿਉਂਕਿ ਜਿਹੜਾ ਸ਼ੇਖੂ ਸੀਗਾ ਉਹ ਲੱਦੀ ਦੇ ਪਿੰਡ ਹੀ ਯਾਨੀ ਕਿ ਉਹਨੇ ਪਲਿਆ, ਯਾਨੀ ਕਿ ਦੁੱਲੇ ਦੇ ਨਾਲ ਹੀ ਖੇਡਿਆ ਬਚਪਨ ਦੇ ਵਿੱਚ, ਦੁੱਲੇ ਦੇ ਨਾਲ ਹੀ ਜਵਾਨ ਹੁੰਦਾ ਹੈ। ਕੌਣ? ਬਾਦਸ਼ਾਹ ਜਹਾਂਗੀਰ ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ। ਸ਼ੇਖੂ ਦਾ ਬਚਪਨ ਦਾ ਨਾਮ ਹੈ। ਤਾਂ ਕਹਿਣ ਦਾ ਮਤਲਬ ਕੀ ਹੈ, ਕਹਿੰਦਾ ਜੀ ਦੁੱਲਾ ਤੇ ਸ਼ੇਖੂ ਦੋਨੇ ਇਕੱਠੇ ਪਲਣ ਲੱਗੇ ਤੇ ਦੋਨੇ ਲੱਦੀ ਦਾ ਸੀਰ ਚੁੰਗਦੇ, ਯਾਨੀ ਕਿ ਦੋਨਾਂ ਨੂੰ ਦੁੱਧ ਚੰਗਾਇਆ ਕਿਹਨੇ? ਦੁੱਲੇ ਦੀ ਮਾਂ ਨੇ। ਉਹਨੇ ਕੋਈ ਵਿਤਕਰਾ ਨਹੀਂ ਕੀਤਾ ਵੀ ਮੇਰਾ ਪੁੱਤਰ ਦੁੱਲਾ ਜਾਂ ਫਿਰ ਇਹ ਅਕਬਰ ਦਾ ਮੁੰਡਾ ਹੈ। ਉਹਨੇ ਕੋਈ ਵਿਤਕਰਾ ਨਹੀਂ ਕੀਤਾ ਉਹਦੀ ਮਾਂ ਨੇ, ਦੁੱਲੇ ਦੀ ਮਾਂ ਨੇ। ਉਹਨੇ ਆਪਣੀ ਜ਼ਿੰਮੇਵਾਰੀ ਬੜੀ ਬਖੂਬੀ ਨਿਭਾਈ। ਉਹ ਦੋਵਾਂ ਨੂੰ ਇੱਕੋ ਜਿਹਾ ਪਿਆਰ ਦਿੰਦੀ, ਲਾਡ ਲਡਾਉਂਦੀ ਤੇ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ 12 ਵਰੇ ਇੰਜੀ ਬੀਤ ਗਏ। 12 ਸਾਲ ਬੀਤ ਕੇ ਦੋਨੇ ਇਕੱਠੇ ਪਲਦੇ ਰਹੇ, ਖੇਡਦੇ ਰਹੇ ਇੱਕੋ ਘਰੇ ਤੇ ਸਭ ਕੁਝ ਹੁੰਦਾ ਰਿਹਾ। ਫੇਰ ਕੀ ਆ ਗਿਆ ਜੀ, ਇੱਕ ਦਿਨ ਅਜਿਹਾ ਆ ਗਿਆ ਕਿਉਂਕਿ ਹੁਣ ਸ਼ੇਖੂ ਨੇ ਦੇਖੋ ਉਹ ਕੀ ਸੀਗਾ, ਬਾਦਸ਼ਾਹ ਦਾ ਮੁੰਡਾ ਸੀਗਾ, ਸਾਰੀ ਉਮਰ ਤਾਂ ਹੁਣ ਕਿਸੇ ਗਰੀਬ ਦੇ ਘਰ ਨਹੀਂ ਰਹਿ ਸਕਦਾ। ਤਾਂ ਉਹਨੇ ਆਖਰ ਆਪਣੇ ਬਾਪ ਦੇ ਘਰ ਜਾਣਾ ਹੀ ਸੀਗਾ। ਤਾਂ ਸ਼ੇਖੂ ਨੂੰ ਫਿਰ ਜਾਣ ਦਾ ਸਮਾਂ ਆ ਗਿਆ। ਫਿਰ ਅਕਬਰ ਨੇ ਸੋਚਿਆ ਵੀ ਕਿਉਂ ਨਾ ਜੇ ਦੋਵੇਂ ਇਕੱਠੇ ਇਹ ਦੋਨੇ ਇਕੱਠੇ ਪਲੇ ਖੇਡੇ ਆ ਤੇ ਆਪਾਂ ਇਹਨਾਂ ਦੀ ਪ੍ਰੀਖਿਆ ਲਈਏ। ਤਾਂ ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ, ਘੋੜਸਵਾਰੀ ਦੀ, ਤੀਰ ਅੰਦਾਜ਼ੀ ਦੀ। ਪਰ ਹੋਇਆ ਕਿ ਦੁੱਲਾ ਜਿਹੜਾ ਸੀਗਾ ਉਹ ਸ਼ੇਖੂ ਨੂੰ ਮਾਤ ਦੇ ਗਿਆ। ਤਾਂ ਯਾਨੀ ਕਿ ਜਦੋਂ ਕੋਈ ਘੋੜਸਵਾਰੀ ਕਰਦੇ ਸੀਗੇ ਤੇ ਦੁੱਲਾ ਜ਼ਿਆਦਾ ਨਿਪੁੰਨ ਸੀਗਾ ਸ਼ੇਖੂ ਨਾਲੋਂ, ਤੀਰ ਅੰਦਾਜ਼ੀ ਦੇ ਵਿੱਚ ਵੀ ਜ਼ਿਆਦਾ ਨਿਪੁੰਨ ਸੀਗਾ। ਉਹ ਤਾਂ ਸੀਗਾ ਭਾਈ ਬਾਏ ਡਿਫਾਲਟ, ਜਿਵੇਂ ਕਹਿ ਦਿੰਦੇ ਨਾ ਕਿ ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ। ਕਹਿਣ ਦਾ ਮਤਲਬ ਭਾਈ ਸੂਰਮਿਆਂ ਦਾ ਮੁੰਡਾ ਸੀਗਾ, ਸੂਰਮਿਆਂ ਦੇ ਖੂਨ ਉਹਦੇ ਰਗਾਂ 'ਚ ਦੌੜਦਾ ਸੀਗਾ। ਓਬਵੀਅਸ ਹੈ ਉਹਨੇ ਸੂਰਮਾ ਹੀ ਬਣਨਾ ਸੀਗਾ। ਤਾਂ ਫਿਰ ਕੀ ਹੁੰਦਾ ਜੀ, ਫਿਰ
ਅਕਬਰ ਨੇ ਸੋਚਿਆ ਵੀ ਕਿਤੇ ਲੱਦੀ ਨੇ ਨਾ ਕੋਈ ਦੁੱਧ ਚੁੰਘਾਉਣ ਤੇ ਵਿਤਕਰਾ ਕੀਤਾ ਵੀ ਜੇ ਮੇਰਾ ਮੁੰਡਾ ਮਤਲਬ ਕਿ ਇੰਨਾ ਬਹਾਦਰ ਨਹੀਂ ਨਿਕਲਿਆ ਜਿੰਨਾ ਨਿਕਲਣਾ ਚਾਹੀਦਾ ਸੀ, ਦੁੱਲਾ ਜ਼ਿਆਦਾ ਬਹਾਦਰ ਹੈ। ਪਰ ਕਰ ਵੀ ਕੀ ਸਕਦਾ ਸੀਗਾ, ਕਿਉਂਕਿ ਉਹਦਾ ਲੱਦੀ ਦਾ ਜਿਹੜਾ ਸੀਗਾ ਬਹੁਤ ਵੱਡਾ ਆਸਾਨ ਸੀਗਾ ਉਹਦੇ ਉੱਪਰ, ਅਕਬਰ ਦੇ ਉੱਪਰ। ਤਾਂ ਅਕਬਰ ਦੇ ਚਿਹਰੇ ਦੇ ਹਾਵ ਭਾਵ ਦੇਖ ਕੇ ਲੱਦੀ ਆਪ ਹੀ ਕਹਿ ਦਿੰਦੀ ਹੈ ਕਿ ਹਜ਼ੂਰ ਮੈਂ ਤਾਂ ਦੋਵਾਂ ਨੂੰ ਇੱਕੋ ਜਿਹਾ ਦੁੱਧ ਚੰਗਾਇਆ ਹੈ, ਹੁਣ ਇਹ ਗਾਂ ਕਿਸਮਤ ਹੈ ਵੀ ਉਹ ਇੰਨਾ ਬਹਾਦਰ ਨਹੀਂ ਹੈਗਾਗਾ। ਤਾਂ ਚਲੋ ਅਕਬਰ ਨੇ ਉਹਦਾ ਸ਼ੁਕਰਗੁਜ਼ਾਰ ਕੀਤਾ, ਉਹਨੂੰ ਸ਼ੁਕਰਾਨੇ ਵਜੋਂ ਕੀ ਕੀਤੀਆਂ ਨੇ, ਮੋਹਰਾਂ ਭੇਡਾਂ ਕੀਤੀਆਂ ਤੇ ਪੈਸੇ ਦਿੱਤੇ ਤੇ ਉਹਨੂੰ ਕਿਹਾ ਵੀ ਤੂੰ ਜਾ ਕੇ ਵੀ ਆਪਣੇ ਬੱਚੇ ਦੀ ਪਰਵਿਸ਼ ਕਰ, ਤੇ ਮੈਂ ਤੇਰਾ ਦੇਣਾ ਕਦੇ ਨਹੀਂ ਦੇ ਸਕਦਾ ਕਿਉਂਕਿ ਤੂੰ ਮੇਰੇ ਇੱਕ ਕਹਿਣ ਤੇ ਮੇਰੇ ਬੇਟੇ ਨੂੰ ਪਾਲਿਆ, ਆਪਣਾ ਦੁੱਧ ਚੰਗਾਇਆ, ਤੇ ਬਹੁਤ ਵੱਡੀ ਮਤਲਬ ਸੇਵਾ ਸੀਗੀ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਉਹਨੇ ਮੋਹਰਾਂ ਦਿੱਤੀਆਂ ਨਾਮ ਵਜੋਂ, ਤੇ ਨਾਲ ਇਹ ਵੀ ਕਿਹਾ ਕਿ ਮੈਂ ਤੇਰਾ ਦੇਣਾ ਨਹੀਂ ਦੇ ਸਕਦਾ। ਇਹ ਅਕਬਰ ਕਹਿ ਰਿਹਾ ਲੱਦੀ ਨੂੰ, ਤੇ ਰਕਮ ਲੈ ਕੇ ਦੁੱਲੇ ਦੀ ਮਾਂ ਕੀ ਕਰਦੀ ਹੈ, ਪਿੰਡ ਵਾਪਸ ਆ ਜਾਂਦੀ ਹੈ। ਤੇ ਅਕਬਰ ਕਹਿੰਦਾ ਵੀ ਤੂੰ ਇਸ ਪੈਸਿਆਂ ਦੇ ਨਾਲ ਇਹਨੂੰ ਚੰਗੀ ਤਾਲੀਮ ਦਵਾਈ, ਇਹਨੂੰ ਪੜ੍ਹਾਈ ਲਿਖਾਈ, ਤੇ ਵੱਡਾ ਜਦੋਂ ਹੋ ਜਾਊਗਾ ਤੂੰ ਮੇਰੇ ਦਰਬਾਰ ਲੈ ਕੇ ਆ ਜੀ, ਇਹਨੂੰ ਮੈਂ ਕੋਈ ਵੱਡਾ ਰੁਤਬਾ ਦਵਾਂਗਾ ਦੁੱਲੇ ਨੂੰ। ਇਹ ਅਕਬਰ ਕਹਿ ਰਿਹਾ, ਉਸ ਟਾਈਮ ਉਹਦੀ ਮਾਂ ਨੂੰ ਕਹਿ ਰਿਹਾ। ਫਿਰ ਹੁੰਦਾ ਕੀ ਅਚਾਨਕ ਜਦੋਂ ਦੁੱਲਾ ਥੋੜਾ ਜਿਹਾ ਵੱਡਾ ਹੁੰਦਾ ਹੈ ਤੇ ਉਹਦੀ ਮਾਂ ਸੋਚਦੀ ਹੈ ਵੀ ਕਿਉਂ ਨਾ ਮੈਂ ਇਹਨੂੰ ਕਾਜੀ ਦੇ ਪਾਸ ਮਸੀਤੇ ਪੜ੍ਹਨੇ ਪਾ ਦਾਂ, ਕਿਉਂਕਿ ਉਸ ਟਾਈਮ ਤੇ ਸਕੂਲ ਤਾਂ ਹੁੰਦੇ ਨਹੀਂ ਸੀਗੇ, ਕਾਜੀ ਹੁੰਦੇ ਸੀਗੇ ਜਾਂ ਫਿਰ ਆਪਣੇ ਬ੍ਰਾਹਮਣ ਪੰਡਤ ਹੁੰਦੇ ਸੀਗੇ ਮੰਦਰਾਂ ਦੇ ਵਿੱਚ। ਤਾਂ ਉਸ ਟਾਈਮ ਤੇ ਲਾਹੌਰ ਦੀ ਗੱਲ ਹੋ ਰਹੀ ਹੈ ਤਾਂ ਕਾਜੀ ਦੀ ਗੱਲ ਹੋਊਗੀ, ਤਾਂ ਉਹਨੂੰ ਕਾਜੀ ਕੋਲੇ ਪੜ੍ਹਨ ਭੇਜਿਆ ਜਾਂਦਾ ਹੈ। ਪਰ ਉਹ ਜਿਹੜਾ ਦੁੱਲਾ ਹੁੰਦਾ ਉਹ ਖੁੱਲੇ ਸੁਭਾਅ ਦਾ ਮਾਲਕ ਹੁੰਦਾ, ਉਹਨੂੰ ਨਿਯਮਾਂ ਦੇ ਵਿੱਚ ਬੰਨਣਾ ਪਸੰਦ ਨਹੀਂ ਹੁੰਦਾਗਾ ਵੀ ਨਿਯਮ ਵਿੱਚ ਬੰਨ ਕੇ ਰਹਿਣਾ, ਤੇ ਉਹਨੂੰ ਉਹ ਕਰੜੀ ਸਿੱਖਿਆ ਪਸੰਦ ਨਹੀਂ ਆਉਂਦੀ। ਉਹ ਪਤੰਦਰ ਕਰਦਾ ਕੀ ਹੈ ਕਿ ਜਿਹੜਾ ਕਾਜੀ ਹੁੰਦਾ ਉਹਦਾ ਸਿਰ ਪਾੜ ਦਿੰਦਾ ਫੱਟੀ ਮਾਰ ਕੇ, ਤੇ ਘਰੇ ਦੌੜ ਆਉਂਦਾ, ਕਹਿੰਦਾ ਮੈਂ ਤਾਂ ਨਹੀਂ ਪੜ੍ਹਦਾ, ਮੈਂ ਤਾਂ ਨਹੀਂ ਮਤਲਬ ਪੜ੍ਹਨਾ, ਨਾ ਮੇਰਾ ਮਨ ਲੱਗਦਾ ਪੜ੍ਹਨ ਦੇ ਵਿੱਚ। ਫਿਰ ਜਦੋਂ ਉਹ ਵਾਪਸ ਆਉਂਦਾ ਹੈ, ਜਦੋਂ ਕਾਜੀ ਨੂੰ ਕੁੱਟ ਕੇ ਘਰੇ ਵਾਪਸ ਆਉਂਦਾ ਤਾਂ ਸਭ ਤੋਂ ਪਹਿਲਾਂ ਤਰਖਾਣ ਕੋਲੇ ਜਾਂਦਾ ਹੈ। ਤਰਖਾਣ ਕੋਲੇ ਜਾ ਕੇ ਇੱਕ ਗਲੇਲ ਬਣਾ ਕੇ ਲਿਆਉਂਦਾ ਹੈ। ਅਸੀਂ ਤਾਂ ਬਹੁਤ ਗਲੇਲਾਂ ਖੇਡੀਆਂ ਨੇ, ਪਤਾ ਨਹੀਂ ਅੱਜ ਦੀ ਪਨੀਰੀ ਨੇ ਖੇਡੀਆਂ ਜਾਂ ਨਹੀਂ ਖੇਡੀਆਂ। ਤਾਂ ਗਲੇਲ ਨੂੰ ਬਣਾ ਕੇ ਲਿਆਉਂਦਾ, ਗਲੇਲ ਉਹਦਾ ਸਭ ਤੋਂ ਪਹਿਲਾ ਹਥਿਆਰ ਸੀਗਾ। ਤਾਂ ਕਹਿਣ ਦਾ ਮਤਲਬ ਕਿ ਉਹ ਘਰੇ ਵਾਪਸ ਆ ਜਾਂਦਾ ਹੈ, ਉਹ ਪੜ੍ਹਨ ਨਹੀਂ ਜਾਂਦਾਗਾ। ਉਹ ਖੁੱਲਾ ਤੇ ਮਤਲਬ ਕਿ ਅਲਬੇਲੇ ਸੁਭਾਅ ਦਾ ਮਾਲਕ ਸੀਗਾ। ਫਿਰ ਉਹ ਕਰਦਾ ਕੀ ਆ, ਮਤਲਬ ਦੇਖੋ ਉਹਦੀ ਮਾਂ ਨੇ ਸਾਰੇ ਪਿੰਡ ਦੇ ਵਿੱਚ ਇਹ ਬੇਨਤੀ ਕੀਤੀ ਹੋਈ ਸੀ ਸਾਰੇ ਅੱਗੇ ਵੀ ਦੇਖੋ ਇਹਦਾ ਦਾਦਾ ਵੀ ਸ਼ਹੀਦ ਹੋ ਗਿਆ, ਇਹਦਾ ਬਾਪ ਵੀ ਸ਼ਹੀਦ ਹੋ ਗਿਆ, ਕੀ ਮਿਲਿਆ ਆਪਾਂ ਨੂੰ ਹਨਾ, ਵੀ ਮੱਥਾ ਲਾ ਕੇ ਮਤਲਬ ਉਸ ਟਾਈਮ ਦੀ ਸਰਕਾਰ ਦੇ ਨਾਲ, ਤੇ ਮੈਂ ਆਪਦਾ ਮੁੰਡਾ ਨਹੀਂ ਖੋਣਾ ਚਾਹੁੰਦੀ, ਵੀ ਤੁਸੀਂ ਕਿਸੇ ਨੇ ਇਹਨੂੰ ਇਹਦੇ ਬਾਪ ਦਾਦਿਆਂ ਬਾਰੇ ਨਹੀਂ ਦੱਸਣਾਗਾ। ਤਾਂ ਸਾਰੇ ਪਿੰਡ ਦੇ ਲੱਦੀ ਦਾ ਬੜਾ ਸਤਿਕਾਰ ਕਰਦੇ ਸੀ, ਕਿਉਂਕਿ ਜਿਹੜਾ ਸਾਂਦਲਬਾੜ ਦਾ ਇਲਾਕਾ ਹੈਗਾ ਉਹ ਦੁੱਲੇ ਦੇ ਦਾਦੇ ਮਤਲਬ ਜਿਹੜਾ ਦੁੱਲੇ ਦਾ ਦਾਦਾ ਸੀਗਾ ਸਾਂਦਲ ਭੱਟੀ, ਉਹਨੇ ਵਸਾਇਆ ਸੀਗਾ। ਤਾਂ ਇਸ ਕਰਕੇ ਉਹਦੀ ਮਾਂ ਦਾ ਬਹੁਤ ਸਤਿਕਾਰ ਸੀਗਾ ਤੇ ਸਾਰੇ ਉਹਨਾਂ ਦੀ ਗੱਲ ਮੰਨਦੇ ਸੀਗੇ। ਤਾਂ ਫਿਰ ਦੁੱਲੇ ਨੇ ਕੀ ਕੀਤਾ ਵੀ ਦੇਖੋ ਜਦੋਂ ਪੜ੍ਹਾਈ 'ਚ ਮਨ ਨਾ ਲੱਗਿਆ, ਉਹਨੇ ਆਪਣੇ ਪਿੰਡ ਦੇ ਜਿਹੜੇ ਹਾਨ ਦੇ ਮੁੰਡੇ ਸੀਗੇ ਉਹਦੀ ਇੱਕ ਢਾਣੀ ਬਣਾ ਲਈ, ਟੋਲੀ ਬਣਾ ਲਈ, ਤੇ ਉਹਨਾਂ ਦਾ ਸਰਦਾਰ ਬਣ ਗਿਆ। ਤੇ ਕਿਉਂਕਿ ਗੁਣ ਤਾਂ ਸੀਗੇ ਉਹਦੇ ਵਿੱਚ ਸਰਦਾਰਾਂ ਵਾਲੇ, ਕਿਉਂਕਿ ਇਹਦੇ ਬਾਪ ਦਾਦਿਆਂ ਨੇ ਸਰਦਾਰੀ ਕੀਤੀ ਸੀਗੀ। ਤਾਂ ਸਾਰਾ ਦਿਨ ਕੀ ਆ ਜੀ ਮਤਲਬ ਵਿਹਲਾ ਸੀਗਾ, ਕੰਮ ਕੋਈ ਕਰਨਾ ਨਹੀਂ ਸੀਗਾ, ਕਿਉਂਕਿ ਕਹਿਣ ਦਾ ਭਾਵ ਕੀ ਲੱਦੀ ਨੇ ਉਹਨੂੰ ਬੜਾ ਚਾਵਾਂ ਨਾਲ ਪਾਲਿਆ ਸੀਗਾ। ਤੇ ਉਹ ਜੰਗਲ ਵੇਲਿਆਂ 'ਚ ਘੁੰਮਦਾ, ਖੜਮਸਤੀਆਂ ਕਰਦਾ, ਕੋਈ ਟੈਨਸ਼ਨ ਨਹੀਂ ਸੀਗੀ। ਪਰ ਦੇਖੋ ਕੁਦਰਤ ਦਾ ਹੋਣਾ ਹੀ ਇੱਕ ਨਾ ਇੱਕ ਦਿਨ ਉਸ ਚੀਜ਼ ਤੇ ਲੈ ਹੀ ਆਉਂਦੀ ਹੈ ਜਿਹਦੇ ਵਾਸਤੇ ਕੁਦਰਤ ਨੇ ਆਪਾਂ ਨੂੰ ਇੱਥੇ ਭੇਜਿਆ ਹੁੰਦਾ ਦੁਨੀਆ ਦੇ ਵਿੱਚ। ਕਹਿੰਦੇ ਜੀ 16 ਵਰਿਆਂ ਦਾ ਉਹ ਇੱਕ ਜਵਾਨ ਬਾਂਕਾ ਜਵਾਨ ਬਣ ਕੇ ਨਿਕਲਿਆ। ਕਹਿਣ ਦਾ ਮਤਲਬ ਉਹਦਾ ਕੱਦ ਬਹੁਤ ਸੀਗਾ, 7 ਫੁੱਟ ਕਹਿੰਦੇ ਉਹਦਾ ਕੱਦ ਮੰਨਿਆ ਗਿਆ। ਕਹਿੰਦਾ ਜੀ ਮਤਲਬ ਉਹਦਾ ਜਿਹੜਾ ਜੁੱਸਾ ਸੀਗਾ ਨਾ ਬਹੁਤ ਤਕੜਾ ਸੀਗਾ ਯਾਰ। ਕਹਿਣ ਦਾ ਮਤਲਬ ਐ ਨਹੀਂ ਹੈਗਾ ਵੀ ਬਹੁਤ ਕਮਜ਼ੋਰ ਵਿਅਕਤੀ ਜਿਵੇਂ ਹੁੰਦਾ ਮੇਰੇ ਵਰਗਾ, ਇਹ ਐਵੇਂ ਨਹੀਂ ਸੀਗਾ। ਬਹੁਤ ਤਕੜੇ ਸਰੀਰ ਦਾ ਮਾਲਕ ਸੀਗਾ, ਦਗਦਗ ਕਰਦਾ ਚਿਹਰਾ। ਕਹਿਣ ਦਾ ਮਤਲਬ ਬਹੁਤ ਤਕੜਾ ਸੂਰਮਾ ਉਹ ਜਵਾਨ ਪੈਦਾ ਹੋਇਆ। ਤੇ ਕਹਿੰਦੇ ਜੀ ਉਹਦੀ ਮਾਂ ਨੂੰ ਹਮੇਸ਼ਾ ਇਹ ਡਰ ਹੁੰਦਾ ਸੀਗਾ ਵੀ ਕਦੇ ਵੀ ਉਹਦਾ ਖੂਨ ਜਿਹੜਾ ਹੈਗਾ ਉਬਾਲਾ ਖਾ ਸਕਦਾ, ਕਿਉਂਕਿ ਇਹਦੇ ਬਾਪ ਦਾਦੇ ਕੀ ਸੀਗੇ, ਵਿਦਰੋਹੀ ਖੂਨ ਦੇ ਮਾਲਕ ਸੀਗੇ, ਤੇ ਸੇਮ ਖੂਨ ਇਹਦੇ ਰਗਾਂ 'ਚ ਦੌੜ ਰਿਹਾ। ਚਲੋ ਸਮਾਂ ਬੀਤਦਾ ਗਿਆ, ਸਮਾਂ ਆਪਣੀ ਤੋਰ ਤੁਰਦਾ ਗਿਆ, ਤੇ ਉਹਦੀਆਂ ਖੜਮਸਤੀਆਂ, ਉਹਦੇ ਉਲਾਂਭੇ ਰੋਜ਼ ਉਹਦੀ ਮਾਂ ਨੂੰ ਮਿਲਦੇ। ਪਤੰਦਰ ਕੀ ਕਰਦਾ ਸੀਗਾ, ਕਹਿੰਦੇ ਜੀ ਗੁਲੇਲ ਦੇ ਨਾਲ ਕੀ ਕਰਦਾ ਸੀ, ਜਿਹੜੀਆਂ ਔਰਤਾਂ ਖੂਹ ਤੋਂ ਪਾਣੀ ਭਰਦੀਆਂ ਸੀ ਉਹਨਾਂ ਦੀ ਮਟਕੇ ਤੋੜ ਦਿੰਦਾ ਸੀ, ਗਾਗਰਾਂ ਤੋੜ ਦਿੰਦਾ ਸੀਗਾ। ਜਦੋਂ ਗਾਗਰਾਂ ਤੋੜਦਾ ਸੀਗਾ ਤਾਂ ਘਰੇ ਉਹਦੇ ਲਾਂਭੇ ਆਉਂਦੇ ਸੀਗੇ। ਫਿਰ ਉਹਦੀ ਮਾਂ ਨੇ ਲੱਦੀ ਨੇ ਔਰਤਾਂ ਨੂੰ ਮਿੱਟੀ ਦੀਆਂ ਗਾਗਰਾਂ ਨਾਲੋਂ ਕਹਿਣ ਦਾ ਮਤਲਬ ਕਿ ਉਸ ਟਾਈਮ ਤੇ ਲੋਹੇ ਦੀਆਂ ਗਾਗਰਾਂ ਹੁੰਦੀਆਂ ਸੀਗੀਆਂ, ਲੋਹੇ ਦੀਆਂ ਗਾਗਰਾਂ ਲੈ ਕੇ ਦਿੱਤੀਆਂ। ਉਹ ਲੋਹੇ ਦੀਆਂ ਗਾਗਰਾਂ ਵੀ ਮਤਲਬ ਕਿ ਮਾਰ ਕੇ ਬੜੀ ਜ਼ੋਰ ਦੀ ਗੁਲੇਲ ਤੇ ਡੇਗ ਦਿੰਦਾ ਸੀਗਾ। ਤਾਂ ਕਹਿਣ ਦਾ ਮਤਲਬ ਦਿਨ ਪਰ ਦਿਨ ਉਹਦੇ ਜਿਹੜੇ ਲਾਂਭੇ ਸੀਗੇ ਉਹ ਘਰੇ ਵੱਧਦੇ ਗਏ। ਫਿਰ ਇੱਕ ਦਿਨ ਉਹੀ ਆ ਗਿਆ ਜਿਹੜੇ ਚੀਜ਼ ਦਾ ਡਰ ਸੀਗਾ ਉਹਦੀ ਮਾਂ ਨੂੰ। ਫਿਰ ਉਹ ਹਟਿਆ ਨਹੀਂ ਪਤੰਦਰ। ਕਹਿਣ ਦਾ ਮਤਲਬ ਉਹਨਾਂ ਨੇ ਗਾਗਰਾਂ ਵੀ ਲੋਹੇ ਦੀਆਂ ਲੈ ਲਈਆਂ। ਉਹ ਫਿਰ ਵੀ ਕੀ ਕਰਦਾ ਸੀਗਾ, ਉਹਨਾਂ ਦੀਆਂ ਗਾਗਰਾਂ ਨੂੰ ਨਿਸ਼ਾਨੇ ਮਾਰ ਮਾਰ ਕੇ ਥੱਲੇ ਸੱਟ ਦਿੰਦਾ ਸੀਗਾ। ਫਿਰ ਇੱਕ ਦਿਨ ਕੀ ਹੋਇਆ, ਕਹਿੰਦਾ ਜੀ ਇੱਕ ਦਿਨ ਇਹ ਹੋਇਆ, ਉਹਨੇ ਕੀ ਕੀਤਾ, ਜਿਵੇਂ ਕਿਸੇ ਦੀ ਗਾਗਰ ਥੱਲੇ ਸੱਟਤੀ ਮਾਰ ਕੇ। ਤਾਂ ਓਬਵੀਅਸ ਹੈ ਕਈ ਵਾਰੀ ਬੰਦੇ ਨੂੰ ਗੁੱਸਾ ਆਈ ਜਾਂਦਾ, ਜਿਹਦੇ ਨਾਲ ਆਪਾਂ ਪੰਗੇ ਲਾਵਾਂਗੇ, ਖੜਮਸਤੀਆਂ ਕਰਾਂਗੇ, ਹੋ ਸਕਦਾ ਅਗਲਾ ਮੂਡ 'ਚ ਨਾ ਹੋਵੇ ਮਖੌਲ ਕਰਨ ਦੇ। ਤਾਂ ਫਿਰ ਹੁੰਦਾ ਕੀ ਹੈ ਵੀ ਕਹਿੰਦੇ ਇੱਕ ਮਰਾਸਣ ਸੀਗੀ ਨੰਦੀ। ਤਾਂ ਉਹਦੀ ਗਾਗਰ ਜਦੋਂ ਇਹਨੇ ਤੋੜੀ ਜਾਂ
ਥੱਲੇ ਸਿੱਟੀ ਤਾਂ ਉਹਨੇ ਫਿਰ ਇਹਨੂੰ ਮਿਹਣਾ ਮਾਰਿਆ। ਮਿਹਣਾ ਕੀ ਮਾਰਿਆ? ਉਸ ਮਿਹਣੇ ਨੂੰ ਕਿਸ਼ਨ ਸਿੰਘ ਆਰਫ ਜੀ ਨੇ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਲਿਖਿਆ, ਉਹਨੂੰ ਮੈਂ ਥੋੜਾ ਜਿਹਾ ਪੜ੍ਹ ਕੇ ਸੁਣਾ ਦਿੰਦਾ ਤੁਹਾਨੂੰ। ਉਹ ਨੰਦੀ ਮਰਾਸਣ ਕਹਿੰਦੀ ਹੈ, ਬੋਲੀ ਮਾਰ ਕੇ ਨੰਦੀ ਫਨਾਹ ਕਰਦੀ। ਬੋਲੀ ਮਾਰਨਾ ਮਤਲਬ ਹੁੰਦਾ ਤਾਨਾ ਮਾਰਨਾ, ਮਿਹਣਾ ਮਾਰਨਾ। ਬੋਲੀ ਮਾਰ ਕੇ ਨੰਦੀ ਫਨਾਹ ਕਰਦੀ, ਸੀਨਾ ਦੁੱਲੇ ਦਾ ਚਾਕ ਹੋ ਜਾਮਦਾ ਏ। ਚਾਕ ਦਾ ਮਤਲਬ ਫਟ ਜਾਂਦਾ, ਜਿਵੇਂ ਆਪਾਂ ਨੂੰ ਕੋਈ ਗੱਲ ਪਤਾ ਲੱਗਦੀ ਹੈ, ਕੋਈ ਮਿਹਣਾ ਮਾਰੇ, ਆਪਣਾ ਦਿਲ ਕੀ ਹੈ, ਬਲੁੰਦਰਿਆ ਜਾਂਦਾ। ਬੋਲੀ ਮਾਰ ਕੇ ਨੰਦੀ ਫਨਾਹ ਕਰਦੀ, ਸੀਨਾ ਦੁੱਲੇ ਦਾ ਚਾਕ ਹੋ ਜਾਮਦਾ ਏ। ਬਾਪ ਦਾਦੇ ਦਾ ਏ ਤੇ ਸੂਰਮਾ ਏ, ਕਾਹਨੂੰ ਨਿਤ ਗਰੀਬ ਦਿਖਾਉਂਦਾ ਏ। ਕਹਿੰਦੇ ਵੀ ਬਾਪ ਦਾਦੇ ਤਾਂ ਤੇਰੇ ਸੂਰਮੇ ਸੀਗੇ ਤੇ ਤੂੰ ਰੋਜ਼ ਗਰੀਬਾਂ ਦਾ ਦਿਲ ਦਿਖਾਉਣਾ ਹੈ, ਰੋਜ਼ ਉਹਨਾਂ ਦੇ ਗਾਗਰਾਂ ਤੋੜਦਾ। ਤਾਂ ਕਹਿੰਦੇ ਜੀ ਬਾਪ ਦਾਦੇ ਦਾ ਇਹ ਤੇ ਸੂਰਮਾ ਏ, ਕਾਹਨੂੰ ਨਿਤ ਤੂੰ ਗਰੀਬ ਦਿਖਾਉਂਦਾ ਏ। ਇੱਥੇ ਜ਼ੋਰ ਦਿਖਾਉਂਦਾ ਔਰਤਾਂ ਨੂੰ, ਤੈਨੂੰ ਰੱਤੀ ਹਯਾ ਨਾ ਆਉਂਦਾ ਏ। ਕਹਿੰਦੇ ਵੀ ਤੂੰ ਇੱਥੇ ਜ਼ੋਰ ਦਿਖਾਉਣਾ ਔਰਤਾਂ ਦੇ ਉੱਪਰ, ਤੈਨੂੰ ਸ਼ਰਮ ਨਹੀਂ ਆਉਂਦੀ, ਹਯਾ ਨਹੀਂ ਆਉਂਦਾ ਤੈਨੂੰ। ਫਿਰ ਉਹ ਕਹਿੰਦੀ ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ, ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ, ਖੱਲਾਂ ਪੁੱਠੀਆਂ ਚਾਲ ਲਹਾਉਂਦਾ ਏ। ਖੱਲ ਭਾ ਕੇ ਨਾਲ ਭਰਾਈ ਕੇ ਤੇ ਉੱਚੇ ਬੁਰਜ ਤੇ ਚਾਲ ਲਟਕਾਉਂਦਾ ਏ। ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ, ਅੱਜ ਤੀਕ ਲਾਹੌਰ ਵਿੱਚ ਲਟਕ ਰਹੀਆਂ, ਉੱਥੇ ਜ਼ੋਰ ਨਾ ਕਾਸ ਨੂੰ ਜਾਮਦਾ ਏ। ਤਾਂ ਕਹਿਣ ਦਾ ਮਤਲਬ ਕੀ ਹੈਗਾ ਵੀ ਉਹਨੇ ਇੰਨਾ ਤਕੜਾ ਮਿਹਣਾ ਮਾਰਿਆ ਦੁੱਲੇ ਨੂੰ, ਤੇ ਦੁੱਲੇ ਦਾ ਜਿਹੜਾ ਹਿਰਦਾ ਸੀਗਾ ਬਲੁੰਦਰਿਆ ਗਿਆ, ਇੱਕਦਮ ਉਹ ਸ਼ੀਤ ਹੋ ਗਿਆ। ਜਿਵੇਂ ਆਪਾਂ ਬੰਦਾ ਜਾਮ ਨਹੀਂ ਹੋ ਜਾਂਦਾ ਵੀ ਆਹ ਕੀ ਹੋਇਆ ਮੇਰੇ ਨਾਲ, ਵੀ ਮੈਨੂੰ ਤਾਂ ਕਿਸੇ ਨੇ ਦੱਸਿਆ ਹੀ ਨਹੀਂ ਮੇਰੇ ਬਾਪ ਦਾਦੇ ਨਾਲ ਕੀ ਹੋਇਆ। ਤਾਂ ਉਹ ਫਿਰ ਕੀ ਕਰਦਾ ਜੀ, ਉਹ ਇੱਕਦਮ ਆਪਣੇ ਘਰੇ ਵਾਪਸ ਪਰਤਦਾ ਆਪਣੀ ਮਾਂ ਕੋਲੇ। ਤਾਂ ਉਹਦਾ ਮਿਹਣਾ ਜਿਹੜਾ ਵੱਜਦਾ ਨਾ, ਉਹਦਾ ਦਿਲ ਝੰਜੋੜਿਆ ਜਾਂਦਾ ਤੇ ਉਹ ਵਾਪਸ ਫਿਰ ਆਪਣੇ ਘਰ ਪਹੁੰਚਦਾ। ਤੇ ਰਾਜਪੂਤੀ ਖੂਨ ਸੀਗਾ, ਸੂਰਮਿਆਂ ਦਾ ਖੂਨ ਸੀਗਾ, ਤੇ ਉਬਾਲੇ ਖਾਣ ਲੱਗ ਪਿਆ। ਹੁਣ ਕਿਸੇ ਨੂੰ ਪਤਾ ਲੱਗੇ ਭਾਈ ਤੇਰੇ ਬਾਪ ਦਾਦਿਆਂ ਨੂੰ ਐਵੇਂ ਲਟਕਾ ਕੇ ਉਹਦੀ ਖੱਲਾਂ ਦੇ ਵਿੱਚ ਤੂੜੀ ਭਰਾ ਕੇ ਤੇ ਅਕਬਰ ਨੇ ਉੱਥੇ ਲਟਕਾਤਾ, ਤੇ ਕਿਉਂ ਗੁੱਸਾ ਆਊਗਾ ਕਿ ਨਹੀਂ ਆਊਗਾ? ਓਬਵੀਅਸ ਆਊਗਾ। ਤੇ ਉਹ ਤਾਂ ਸੂਰਮਾ ਸੀਗਾ, ਤੇ ਸਿੱਧਾ ਆਪਣੀ ਮਾਂ ਕੋਲੇ ਜਾ ਕੇ ਵੱਜਿਆ ਤੇ ਗਰਜ ਕੇ ਕਹਿੰਦਾ ਵੀ ਮਾਂ ਮੇਰੀਏ, ਸੱਚ ਦੱਸ ਵੀ ਮੇਰੇ ਬਾਪ ਦਾਦੇ ਦੀ ਮੌਤ ਕਿਵੇਂ ਹੋਈ ਹੈ। ਮੈਨੂੰ ਝੂਠ ਨਾ ਬੋਲੀ, ਅੱਜ ਮੈਨੂੰ ਸੱਚ ਦੱਸ ਦੇ ਵੀ ਮੇਰੇ ਬਾਪ ਦਾਦੇ ਨੂੰ ਕਿਹਨੇ ਮਾਰਿਆ। ਤੇ ਉਹਦੀ ਮਾਂ ਨੂੰ ਵੀ ਸਮਝ ਆ ਗਈ ਸੀਗੀ ਵੀ ਅੱਜ ਦੁੱਲੇ ਦੀ ਅੱਖਾਂ ਦੇ ਵਿੱਚ ਅੰਗਿਆਰ ਵਰ ਰਹੇ ਨੇ, ਉਹਦੇ ਪੈਰਾਂ ਥੱਲੇ ਅੱਗ ਮੱਚ ਰਹੀ ਹੈ। ਤਾਂ ਉਹ ਸਮਝ ਗਈ ਸੀਗੀ ਵੀ ਉਹ ਦਿਨ ਆ ਗਿਆ ਹੈ ਜਦੋਂ ਇਹਨੂੰ ਸੱਚਾਈ ਦੱਸਣੀ ਪਊਗੀ। ਤਾਂ ਲੱਦੀ ਨੇ ਸਾਰੀ ਹੱਡਬੀਤੀ ਦੱਸਤੀ, ਕਿਵੇਂ ਤੇਰੇ ਬਾਪ ਦਾਦੇ ਨੂੰ ਅਕਬਰ ਨੇ, ਠੀਕ ਹੈ ਜੀ, ਸ਼ਹੀਦ ਕੀਤਾ। ਤੇ ਉਹ ਕਹਿੰਦੀ ਮੈਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੀ ਸੀਗੀ ਵੀ ਕਦੋਂ ਤੂੰ ਗੱਭਰੂ ਹੋਵੇਂਗਾ ਤੇ ਕਦੋਂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲਵੇਂਗਾ। ਜਦੋਂ ਨਾ ਇਹ ਸੀਨ ਆਪਾਂ ਮਤਲਬ ਪੜ੍ਹ ਰਹੇ ਹਾਂ ਤਾਂ ਮੇਰੇ ਦਿਮਾਗ ਦੇ ਵਿੱਚ ਇੱਕ ਸੀਨ ਬਣ ਰਿਹਾ ਕਿ ਦੇਖੋ ਕਿਵੇਂ ਉਹ ਸੂਰਮਾ ਆਇਆ ਹੋਊਗਾ ਆਪਣੀ ਮਾਂ ਕੋਲੇ। ਜਦੋਂ ਮੈਂ ਸੀਨ ਇਹ ਦੇਖਦਾ, ਤੁਸੀਂ ਕਮੈਂਟ ਕਰਕੇ ਦੱਸਿਓ ਵੀ ਜਦੋਂ ਇਹ ਸੀਨ ਤੁਸੀਂ ਸੁਣ ਰਹੇ ਹੋ ਜਾਂ ਪੜ੍ਹ ਰਹੇ ਹੋ, ਤੁਹਾਡੇ ਦਿਮਾਗ ਦੇ ਵਿੱਚ ਕਿਹਦਾ ਰੂਪ ਆ ਰਿਹਾ। ਤੇ ਮੇਰੇ ਜ਼ਿਆਦਾਤਰ, ਮੈਂ ਨਾ ਵੈਸੇ ਫਿਲਮਾਂ ਤਾਂ ਬਹੁਤ ਘੱਟ ਦੇਖੀਆਂ ਨੇ, ਪਰ ਮੇਰੇ ਸਾਹਮਣੇ ਨਾ ਗੱਗੂ ਗਿੱਲ ਜੀ ਦਾ ਉਹ ਜੌਣੇ ਮੋੜ ਵਾਲਾ ਜਿਹੜਾ ਰੂਪ ਹੈ ਉਹ ਆ ਜਾਂਦਾ ਹੈ ਵੀ ਲਿਸ਼ ਕਰਦਾ ਚਿਹਰਾ, ਅੱਖਾਂ ਦੇ ਵਿੱਚ ਖੂਨ, ਲਾਲ ਅੱਖਾਂ, ਠੀਕ ਹੈ ਜੀ, ਪੱਗ ਬੰਨੀ ਹੋਈ ਉੱਤੇ। ਤਾਂ ਮੇਰੇ ਦਿਮਾਗ ਦੇ ਅੱਗੇ ਉਹ ਆ ਜਾਂਦਾ। ਤਾਂ ਫਿਰ ਮਤਲਬ ਲੱਦੀ ਇੱਕ ਪਿਛਲਾ ਕਮਰਾ ਹੁੰਦਾ ਉਹਨਾਂ ਦਾ, ਜਾਨੀ ਕਿ ਸਟੋਰ, ਉੱਥੇ ਲੈ ਜਾਂਦੀ ਹੈ। ਉੱਥੇ ਹਥਿਆਰ ਪਏ ਹੁੰਦੇ, ਉਹਨੇ ਬਾਪ ਦਾਦਿਆਂ ਦੇ ਹਥਿਆਰ ਹੁੰਦੇ ਆ। ਤਾਂ ਕਹਿੰਦੀ ਵੀ ਤੂੰ ਆਪਣੀ ਅਣਖ ਨੂੰ ਪਾਲ ਕੇ ਰੱਖੀ ਤੇ ਆਪਣੇ ਬਾਪ ਦੇ ਖੂਨ ਨੂੰ ਲਾਜ ਰੱਖੀ, ਉਹਨਾਂ ਦੀ ਪੱਗ ਨੂੰ ਦਾਗ ਨਾ ਲੱਗਣ ਦੇਈ। ਤੇ ਤੇਰੇ ਬਾਪ ਦਾਦਿਆਂ ਨੇ ਕਿਸੇ ਨਾਡੂ ਖਾਂ ਦੀ ਟੈਂ ਨਹੀਂ ਮੰਨੀ ਸੀਗੀ, ਕਿਸੇ ਅੱਗੇ ਸਿਰ ਨਹੀਂ ਝੁਕਾਇਆ ਸੀਗਾ। ਉਹ ਆਪਣੇ ਪੁੱਤਰ ਨੂੰ ਹੁਣ ਕੀ ਕਰ ਰਹੀ ਹੈ, ਉਪਦੇਸ਼ ਦੇ ਰਹੀ ਹੈ, ਦੱਸ ਰਹੀ ਹੈ ਕਿਵੇਂ ਤੇਰੇ ਬਾਪ ਦਾਦਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਤਾਂ ਲਿਸ਼ ਕਰਦੇ ਹਥਿਆਰ ਪਏ ਸੀਗੇ, ਛਬੀਆਂ, ਗੜਾਸੇ, ਨੇਜੇ, ਟਕੂਏ, ਇਹ ਸਾਰੇ ਦੇਖ ਕੇ ਦੁੱਲੇ ਦਾ ਚਿਹਰਾ ਕੀ ਹੋ ਗਿਆ, ਲਾਲ ਸੁਰਖ ਹੋ ਗਿਆ, ਲਾਲ ਸੂਹਾ ਹੋ ਗਿਆ। ਤਾਂ ਮੇਰੇ ਅੱਗੇ ਨਾ ਆਹ ਤਸਵੀਰ ਆਉਂਦੀ ਹੈ। ਵੈਸੇ ਆਪਾਂ ਕੰਪੈਰੀਜ਼ਨ ਨਹੀਂ ਕਰ ਰਹੇ ਕਿਉਂਕਿ ਉਸ ਲੋਕ ਨਾਇਕ ਦਾ ਕਿਸੇ ਨਾਲ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਅੱਜ ਦੇ ਟਾਈਮ ਦੇ ਕਿਸੇ ਬੰਦੇ ਨਾਲ, ਪਰ ਵੈਸੇ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਕਮੈਂਟ ਕਰਕੇ ਦੱਸਣਾ ਵੀ ਤੁਹਾਡੇ ਦਿਮਾਗ ਦੇ ਵਿੱਚ ਕਿਹਦਾ ਚਿਹਰਾ ਆ ਰਿਹਾ ਸੀਗਾ ਜਦੋਂ ਤੁਸੀਂ ਇਹ ਸੁਣ ਰਹੇ ਸੀਗੇ। ਤਾਂ ਫਿਰ ਦੁੱਲਾ ਕੀ ਕਰਦਾ, ਦੁੱਲਾ ਪਿੰਡ ਦੇ ਜਿਹੜੇ ਉਹਦੇ ਸਾਥੀ ਨੌਜਵਾਨ ਹੁੰਦੇ ਆ ਸਾਰਿਆਂ ਨੂੰ ਇਕੱਠੇ ਕਰਦਾ ਤੇ ਹਥਿਆਰ ਉਹਨਾਂ ਵਿੱਚ ਵੰਡ ਦਿੰਦਾ, ਉਹਨਾਂ ਨੂੰ ਹਥਿਆਰ ਚਲਾਉਣਾ ਸਿਖਾਉਂਦਾ। ਤਾਂ ਹਥਿਆਰ ਵੰਡਣ ਤੋਂ ਬਾਅਦ ਫਿਰ ਉਹਦਾ ਮਨ ਜਾਣੀ ਕਿ ਕਹਿਣ ਦਾ ਭਾਵ ਕਿ ਸਟਾਰਟਿੰਗ ਦੇ ਵਿੱਚ ਉਹ ਆਪਣੇ ਨਾ ਦੋਸਤਾਂ ਨੂੰ ਕਹਿੰਦਾ ਹੁੰਦਾ ਸੀਗਾ ਵੀ ਯਾਰ ਜਦੋਂ ਮੈਂ ਕੋਈ ਵਰਦੀ ਵਾਲਾ ਬੰਦਾ ਦੇਖਦਾ ਨਾ, ਮੇਰੇ ਅੰਦਰ ਗੁੱਸਾ ਬਹੁਤ ਪੈਦਾ ਹੁੰਦਾ। ਪਰ ਉਸ ਟਾਈਮ ਤੇ ਉਹਨੂੰ ਅਣਜਾਣ ਸੀਗਾ, ਉਹਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਕਿਉਂ ਹੁੰਦੀ ਹੈ। ਉਹ ਤਾਂ ਉਹਦੇ ਬਾਪ ਦਾਦਿਆਂ ਦਾ ਖੂਨ ਉਹਦੇ ਰਗਾਂ 'ਚ ਦੌੜਦਾ ਸੀਗਾ, ਬਗਾਵਤ ਵਾਲਾ। ਤਾਂ ਇਸ ਕਰਕੇ ਉਹਦੇ ਨਾਲ ਇਹ ਚੀਜ਼ਾਂ ਵਾਪਰਦੀਆਂ ਸੀਗੀਆਂ, ਪਰ ਉਹਨੂੰ ਉਸ ਚੀਜ਼ ਤੇ ਉਸ ਟਾਈਮ ਤੇ ਚੀਜ਼ਾਂ ਸਮਝ ਨਹੀਂ ਆਉਂਦੀਆਂ ਸੀਗੀਆਂ। ਹੁਣ ਹੁੰਦਾ ਕੀ ਹੈ ਦੇਖੋ, ਜਦੋਂ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ, ਉਹਨੇ ਬੰਦੇ ਉਹਦੇ ਨਾਲ ਇਕੱਠੇ ਕਰ ਲਏ, ਹਥਿਆਰ ਉਹਦੇ ਕੋਲੇ ਹੈਗੇ ਸੀਗੇ। ਤਾਂ ਕਹਿੰਦੇ ਕਰਦੇ ਕਰਦੇ ਉਹਦੇ ਨਾਲ ਘੱਟੋ ਘੱਟ 500 ਜਵਾਨ ਇਕੱਠੇ ਹੋ ਗਏ। ਕਹਿਣ ਦਾ ਮਤਲਬ ਕਿ ਉਹਦੇ ਕੋਲੇ ਆਪਣੀ ਇੱਕ ਸੈਨਾ ਤਿਆਰ ਕਰ ਲਈ ਉਹਨੇ 500 ਕੁ ਬੰਦਿਆਂ ਦੀ, ਤੇ ਸੰਦਲਬਾਰ ਦੇ ਇਲਾਕੇ ਵਿੱਚ ਉਹਨੇ ਥਲਥਲੀ ਮਚਾਤੀ। ਕਹਿਣ ਦਾ ਭਾਵ ਕੀ ਕਰਦਾ ਸੀਗਾ, ਜਿਹੜਾ ਉਹਦਾ ਪਿੰਡ ਸੀ ਨਾ, ਪਿੰਡੀ ਭੱਟੀਆਂ ਪਿੰਡ ਜਿਹੜਾ ਹੈਗਾ ਸੰਦਲਬਾਰ ਦੇ ਇਲਾਕੇ ਦੇ ਵਿੱਚ ਹੈਗਾ ਪਿੰਡ। ਜਦੋਂ ਵੀ ਕੋਈ ਜਿਹੜੀ ਅਕਬਰ ਦੀ ਫੌਜ ਹੈਗੀ ਆ ਨਾ, ਜੇ ਉਹਨੇ ਕਾਬਲ ਜਾਣਾ ਸੀ ਨਾ,
ਤਾਂ ਲਾਹੌਰ ਤੋਂ ਕਾਬਲ ਜਾਂਦੇ ਹੋਏ ਉਹਨਾਂ ਨੂੰ ਪਿੰਡੀ ਭੱਟੀਆਂ ਦੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਸੀਗਾ। ਤਾਂ ਪਹਿਲਾਂ ਤਾਂ ਦੇਖੋ ਉਹਨੂੰ ਗੁੱਸਾ ਜ਼ਰੂਰ ਆਉਂਦਾ ਹੁੰਦਾ ਸੀਗਾ, ਪਰ ਉਹਨੂੰ ਐਂ ਨਹੀਂ ਪਤਾ ਸੀ ਵੀ ਮੈਨੂੰ ਗੁੱਸਾ ਕਿਉਂ ਆਉਂਦਾ ਹੈ। ਫਿਰ ਇੱਕ ਵਾਰੀ ਹੁੰਦਾ ਕੀ ਹੈ ਵੀ ਜਿਹੜੀ ਅਕਬਰ ਦੀ ਫੌਜ ਹੁੰਦੀ ਹੈ ਉਹ ਪਿੰਡੀ ਭੱਟੀਆਂ ਵਿੱਚ ਦੀ ਹੋ ਕੇ ਜਾਂਦੀ ਹੈ ਤੇ ਕਾਬਲ ਵੱਲ ਨੂੰ ਜਾ ਰਹੀ ਹੁੰਦੀ ਹੈ। ਤੇ ਪਰ ਜਦੋਂ ਵਾਪਸੀ ਵਿੱਚ ਉਹਨਾਂ ਨੇ ਆਉਣਾ ਹੁੰਦਾ ਤੇ ਤਦ ਤੱਕ ਉਹਨੂੰ ਸਭ ਕੁਝ ਪਤਾ ਲੱਗ ਗਿਆ ਹੁੰਦਾ। ਤੇ ਫਿਰ ਦੁੱਲਾ ਕੀ ਕਰਦਾ ਹੈ, ਦੁੱਲਾ ਜਦੋਂ ਵਾਪਸ ਆ ਰਹੀ ਹੁੰਦੀ ਹੈ ਫੌਜ ਪਿੰਡੀ ਭੱਟੀਆਂ ਦੇ ਵਿੱਚ ਦੀ ਲੰਘਣ ਲੱਗਦੀ ਹੈ ਤਾਂ ਉਹ ਅੱਗੇ ਖੜਾ ਹੋ ਜਾਂਦਾ ਹੈ ਦੁੱਲਾ। ਤੇ ਉਧਰ ਇੱਕ ਪਾਸੇ ਬਹੁਤ ਵੱਡੀ ਫੌਜ ਹੁੰਦੀ ਹੈ, ਇੱਕ ਫੌਜ ਦੀ ਟੁਕੜੀ ਹੁੰਦੀ ਹੈ ਤੇ ਦੁੱਲੇ ਦੇ ਨਾਲ ਕੁਝ ਕੁ ਉਹਦੇ ਚੰਦ ਸਾਥੀ ਹੁੰਦੇ ਆ ਤੇ ਨਿਹੱਥਾ ਹੁੰਦਾ ਦੁੱਲੇ ਦੇ ਹੱਥ ਵਿੱਚ ਕੋਈ ਉਸ ਟਾਈਮ ਤੇ ਹਥਿਆਰ ਨਹੀਂ ਹੁੰਦਾ। ਇਹ ਮਤਲਬ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ। ਤੇ ਕਹਿੰਦੇ ਜਿਹੜਾ ਘੋੜੇ ਤੇ ਉਹਨਾਂ ਦਾ ਸੈਨਾਪਤੀ ਹੁੰਦਾ, ਠੀਕ ਹੈ, ਉਹ ਸੈਨਾਪਤੀ ਪਤਾ ਕੌਣ ਹੁੰਦਾ? ਉਹੀ ਮੱਕਾ ਮਲਕੇਰਾ ਹੁੰਦਾ ਜਿਹਨੇ ਉਹਦੇ ਬਾਪ ਤੇ ਦਾਦੇ ਨੂੰ ਫੜ ਕੇ ਸ਼ਹੀਦ ਕੀਤਾ ਸੀਗਾ। ਦੁੱਲੇ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਵੀ ਇਹ ਉਹੀ ਬੰਦਾ ਹੈ। ਤੇ ਉਹ ਕਹਿੰਦਾ ਉਹ ਕਿਹੜਾ ਹੈ ਤੂੰ, ਕਿਉਂ ਮੌਤ ਨੂੰ ਮਾਸੀ ਆਖਦਾ, ਕਿਉਂ ਸਾਡੇ ਰਾਹ ਦੇ ਅੱਗੇ ਖੜਾ ਹੈ, ਪਾਸੇ ਹਟ ਜਾ ਤੇ ਸਾਡੇ ਘੋੜੇ ਸਾਡੇ ਹਾਥੀ ਤੈਨੂੰ ਪੈਰਾਂ ਥੱਲੇ ਕੁਚਲ ਦੇਣਗੇ। ਤਾਂ ਉਹ ਅੱਗੋਂ ਕਹਿੰਦਾ ਮਤਲਬ ਮੱਕਾ ਮਲਕੇਰਾ ਨੂੰ ਦੁੱਲਾ ਕਹਿੰਦਾ ਯਾਦ ਤਾਂ ਹੋਊਗਾ ਜੀ ਭੱਟੀ ਸਰਦਾਰ, ਤੈਨੂੰ ਯਾਦ ਹੋਊਗਾ ਸਾਂਦਲ ਭੱਟੀ, ਤੈਨੂੰ ਯਾਦ ਹੋਊਗਾ ਫਰੀਦ ਭੱਟੀ। ਉਹ ਕਹਿੰਦਾ ਹੈ ਤੂੰ ਕੌਣ ਹੈ? ਕਹਿੰਦਾ ਮੈਂ ਆ ਦੁੱਲਾ ਭੱਟੀ, ਠੀਕ ਹੈ, ਸਾਂਦਲ ਭੱਟੀ ਦਾ ਪੋਤਰਾ। ਕਹਿਣ ਦਾ ਮਤਲਬ ਇੰਨਾ ਸੁਣ ਤੇ ਮੱਕਾ ਮਲਕੇਰੇ ਨੂੰ ਬਹੁਤ ਗੁੱਸਾ ਆਇਆ। ਉਹਨੇ ਆਪਣਾ ਘੋੜਾ ਇੱਕਦਮ ਭਜਾ ਕੇ ਦੁੱਲੇ ਦੇ ਨੇੜੇ ਕੀਤਾ ਕਿ ਮੈਂ ਇਹਦਾ ਸਿਰ ਵੱਢ ਦੇਵਾਂ। ਤੇ ਦੁੱਲੇ ਨੇ ਇੰਨੀ ਫੁਰਤੀ ਦੇ ਨਾਲ ਕਹਿੰਦੇ ਉਹਦੀ ਤਲਵਾਰ ਖੋਹ ਕੇ ਵਾਰ ਕੀਤਾ ਕਿ ਉਹਦਾ ਜਿਹੜਾ ਧੜ ਸੀਗਾ ਕਹਿੰਦੇ ਉਹ ਭੜਕਾ ਕੇ ਮਾਰਿਆ, ਚੱਕ ਕੇ ਮਾਰਿਆ, ਵੜਤਾ, ਧੜ ਤੋਂ ਅਲੱਗ ਕਰਤਾ। ਤੇ ਫੌਜ ਦੇ ਵਿੱਚ ਮਤਲਬ ਕਿ ਭੱਜਦੜ ਮਚ ਗਈ ਵੀ ਆ ਹੋ ਕੀ ਗਿਆ, ਕਿਉਂਕਿ ਜਦੋਂ ਸਰਦਾਰ ਹੀ ਮਰ ਗਿਆ ਤੇ ਫੌਜ ਨੇ ਤਾਂ ਭੱਜਣਾ ਹੀ ਸੀਗਾ। ਤਾਂ ਦੁੱਲੇ ਨੇ ਜਾਂਦੇ ਹੋਏ ਸਿਪਾਹੀਆਂ ਨੂੰ ਕਿਹਾ, ਸਿਰ ਉਹਨਾਂ ਦੇ ਹੱਥ ਵਿੱਚ ਫੜਾ ਕੇ ਕਿਹਾ ਕਿ ਜਾ ਕੇ ਅਕਬਰ ਨੂੰ ਸੁਨੇਹਾ ਦੇ ਦਿਓ ਕਿ ਪਿੰਡੀ ਭੱਟੀਆਂ ਦੇ ਵਿੱਚ ਇੱਕ ਮਾਂ ਨੇ ਇੱਕ ਹੋਰ ਭੱਟੀਆਂ ਦਾ ਸੂਰਮਾ ਜੰਮਤਾ ਹੈ ਤੇ ਜਿਹੜਾ ਕਿ ਅਕਬਰ ਨਾਲ ਸਿੱਧਾ ਟੱਕਰ ਲਊਗਾ। ਤਾਂ ਕਹਿਣ ਦਾ ਭਾਵ ਉਹ ਸਮਾਂ ਆ ਗਿਆ ਜਦੋਂ ਅਕਬਰ ਨੂੰ ਫੇਰ ਮਤਲਬ ਕਹਿਣ ਦਾ ਮਤਲਬ ਦੰਦਾਂ ਥੱਲੇ ਉਂਗਲਾਂ ਚੱਬਣੀਆਂ ਪੈਣੀਆਂ ਸੀਗੀਆਂ। ਤਾਂ ਉਹ ਟਾਈਮ ਆ ਗਿਆ ਸੀਗਾ। ਤਾਂ ਕਹਿਣ ਦਾ ਮਤਲਬ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਥਰਥਲੀ ਮਚਾਤੀ ਸੀਗੀ। ਜਿਹੜਾ ਵੀ ਵਪਾਰੀ ਉਹਦੇ ਪਿੰਡ ਵਿੱਚੋਂ ਲੰਘਦਾ ਉਹ ਲੁੱਟ ਲੈਂਦਾ ਤੇ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੰਦਾ। ਤੇ ਦੁੱਲੇ ਦੀ ਬਹਾਦਰੀ, ਨਿਡਰਤਾ ਤੇ ਜਿਹੜੀ ਉਹਦਾ ਦਿਆਲੂਪਣ ਸੀਗਾ ਗਰੀਬ ਪਰਿਵਾਰਾਂ ਵਾਸਤੇ ਮਤਲਬ ਬਹੁਤ ਚੰਗਾ ਸੀਗਾ। ਤੇ ਉਹਦੀ ਜਿਹੜੀ ਡੇ ਬਾਈ ਡੇ ਜਿਹੜੀ ਉਹਦੀ ਪਰਸਨੈਲਿਟੀ ਸੀਗੀ ਉਹ ਬਹੁਤ ਫੇਮਸ ਹੋਣ ਲੱਗ ਗਈ। ਤੇ ਸਾਂਦਲਬਾਰ ਦੇ ਇਲਾਕੇ ਦੇ ਵਿੱਚ ਉਹ ਘੁੰਮ ਰਿਹਾ ਸੀ ਕਿਉਂਕਿ ਉਹਦਾ ਆਪਦਾ ਇਲਾਕਾ ਸੀਗਾ ਤੇ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ ਉਸ ਇਲਾਕੇ ਦੇ ਵਿੱਚੋਂ ਲੰਘਣ ਦੀ ਜਾਂ ਫਿਰ ਉਹਦੇ ਉੱਤੇ ਕੋਈ ਵਾਰ ਕਰਨ ਦੀ। ਤਾਂ ਡੇ ਬਾਈ ਡੇ ਚਲੋ ਕੰਮ ਚੱਲਦਾ ਗਿਆ, ਪਰ ਆਖਰ ਨੂੰ ਕੀ ਹੁੰਦਾ, ਸਭ ਤੋਂ ਦੇਖੋ ਜਦੋਂ ਦੁੱਲੇ ਦੇ ਬਾਪ ਦੀ ਮੌਤ ਹੁੰਦੀ ਹੈ ਤਾਂ ਲੱਦੀ ਦੇ ਭਰਾਵਾਂ ਨੇ ਯਾਨੀ ਕਿ ਦੁੱਲੇ ਦੇ ਨਾਨਕਿਆਂ ਨੇ ਉਹਦੀ ਕੋਈ ਸਾਰ ਨਹੀਂ ਲਈ। ਤਾਂ ਸਭ ਤੋਂ ਪਹਿਲਾ ਹਮਲਾ ਉਹ ਆਪਣੇ ਨਾਨਕਿਆਂ ਤੇ ਹੀ ਬੋਲਦਾ ਹੈ। ਅੱਜ ਕੱਲ ਦੇ ਰਿਸ਼ਤੇਦਾਰ ਵੀ ਇਹੋ ਜਿਹੇ ਹੁੰਦੇ ਆ ਵੈਸੇ। ਕਹਿਣ ਦਾ ਭਾਵ ਕਿ ਉਹਨੂੰ ਗੁੱਸਾ ਸੀਗਾ ਵੀ ਜਿਹੜੀ ਮੇਰੀ ਮਾਂ ਦੀ ਇਹਨਾਂ ਨੇ ਕੋਈ ਸਾਰ ਨਹੀਂ ਲਈ, ਇਹਨਾਂ ਨੂੰ ਤਾਂ ਸਾਰ ਲੈਣੀ ਚਾਹੀਦੀ ਸੀਗੀ। ਤਾਂ ਸਭ ਤੋਂ ਪਹਿਲਾ ਹਮਲਾ ਉਹ ਆਪਣੇ ਨਾਨਕਿਆਂ ਤੇ ਬੋਲਦਾ ਹੈ ਤੇ ਨਾਨਕਿਆਂ ਦੇ ਪਿੰਡ ਸੀਗਾ ਚੰਦਣਾ, ਉੱਥੇ ਹਮਲਾ ਕਰਕੇ ਜਿੰਨਾ ਵੀ ਨਾਨਕਿਆਂ ਦਾ ਵੱਗ ਸੀਗਾ, ਉਸ ਟਾਈਮ ਤੇ ਜਿਹੜੇ ਪਸ਼ੂ ਹੁੰਦੇ ਸੀ ਨਾ ਸਭ ਤੋਂ ਮਹਿੰਗੇ ਹੁੰਦੇ ਸੀਗੇ। ਜਿਵੇਂ ਅੱਜ ਕੱਲ ਲੋਕਾਂ ਦੇ ਕੋਲੇ ਕਾਰਾਂ ਨੇ, ਗੱਡੀਆਂ ਨੇ, ਕੋਠੀਆਂ ਨੇ, ਉਸ ਟਾਈਮ ਕੀ ਹੁੰਦੇ ਸੀ, ਪਸ਼ੂ ਹੁੰਦੇ ਸੀਗੇ। ਤਾਂ ਨਾਨਕਿਆਂ ਦਾ ਸਾਰਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਉਂਦਾ ਤੇ ਜਿਹੜੀਆਂ ਲਵੇਰੀਆਂ ਹੁੰਦੀਆਂ ਨੇ, ਚੰਗੀਆਂ ਮੱਝਾਂ ਹੁੰਦੀਆਂ ਨੇ, ਗਰੀਬ ਗੁਰਬਿਆਂ ਦੇ ਵਿੱਚ ਵੰਡ ਦਿੰਦਾ, ਲੋੜਵੰਦਾਂ ਵਿੱਚ ਵੰਡ ਦਿੰਦਾ। ਤਾਂ ਕਹਿਣ ਦਾ ਮਤਲਬ ਸਭ ਤੋਂ ਪਹਿਲਾਂ ਬਦਲਾ ਲੈਂਦਾ ਉਹ ਆਪਣੇ ਨਾਨਕਿਆਂ ਤੋਂ। ਉਸ ਤੋਂ ਬਾਅਦ ਕੀ ਹੁੰਦਾ ਜੀ, ਕਹਿੰਦੇ ਫਿਰ ਇੱਕ ਵਾਰੀ ਅਲੀ ਨਾਂ ਦਾ ਸੁਦਾਗਰ ਜਿਹੜਾ ਹੁੰਦਾ 500 ਘੋੜੇ ਖਰੀਦ ਕੇ ਲੈ ਕੇ ਜਾ ਰਿਹਾ ਹੁੰਦਾ ਤੇ ਉਹ ਪਿੰਡ ਦੇ ਵਿੱਚ ਉਹਨੂੰ ਰਾਤ ਕੱਟਣੀ ਪੈਂਦੀ ਹੈ। ਤਾਂ ਫਿਰ ਦੁੱਲਾ ਉਹਦੇ ਜਾ ਕੇ ਘੋੜੇ ਲੁੱਟ ਲੈਂਦਾ ਤੇ ਆਪਣੇ ਸਾਥੀਆਂ 'ਚ ਵੰਡ ਦਿੰਦਾ ਹੈ। ਉਹ ਬੜੇ ਮਤਲਬ ਕਿ ਪਿੱਟਦਾ, ਰੋਂਦਾ, ਅਕਬਰ ਦਾ ਡਰਾਵਾ ਵੀ ਦਿੰਦਾ ਦੁੱਲੇ ਨੂੰ ਤੇ ਦੁੱਲਾ ਉਹਨੂੰ ਕੁੱਟ-ਕੁੱਟ ਕੇ ਭਜਾ ਦਿੰਦਾ। ਤੇ ਇਸੇ ਤਰ੍ਹਾਂ ਦੁੱਲੇ ਨੇ ਦੌਲਤ ਨਾਲ ਭਰੀਆਂ ਖੱਚਰਾਂ ਵੀ ਉਹਦੀਆਂ ਖੋਹ ਲਈਆਂ ਤੇ ਆਪਣੇ ਗਰੀਬ ਗੁਰਬਿਆਂ ਦੇ ਵਿੱਚ ਵੰਡਤੀਆਂ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ, ਅਕਬਰ ਕੋਲੇ ਸ਼ਿਕਾਇਤਾਂ ਡੇ ਬਾਈ ਡੇ ਪਹੁੰਚ ਰਹੀਆਂ ਸੀਗੀਆਂ ਦੁੱਲੇ ਦੀਆਂ। ਫਿਰ ਇਹਨਾਂ ਲੁੱਟਾਂ ਖੋਹਾਂ ਦੀ ਖਬਰ ਜਦੋਂ ਮੁਗਲ ਸਰਕਾਰ ਕੋਲੇ ਪਹੁੰਚਦੀ ਹੈ ਤੇ ਲੋਕਾਂ ਵਿੱਚ ਦੁੱਲੇ ਦਾ ਦਬਦਬਾ ਇੰਨਾ ਵੱਧ ਜਾਂਦਾ ਹੈ ਤੇ ਸਰਕਾਰੀ ਜਿਹੜਾ ਲਗਾਨ ਹੁੰਦਾ ਲੋਕ ਦੇਣਾ ਬੰਦ ਕਰ ਦਿੰਦੇ ਆ। ਜਿਵੇਂ ਉਹਨਾਂ ਦੇ ਪੁਰਖਿਆਂ ਦੇ ਟਾਈਮ ਤੇ ਬੰਦ ਕੀਤਾ ਸੀਗਾ, ਹੁਣ ਦੁੱਲੇ ਦੇ ਟਾਈਮ ਤੇ ਵੀ ਲੋਕਾਂ ਨੇ ਲਗਾਨ ਦੇਣਾ ਬੰਦ ਕਰਤਾ ਕਿਉਂਕਿ ਉਹ ਦੁੱਲੇ ਦਾ ਸਾਥ ਦੇ ਰਹੇ ਸੀਗੇ। ਤੇ ਜਿਹੜੇ ਮੁਗਲ ਅਹਿਲਕਾਰ ਸੀਗੇ ਉਹਨਾਂ ਵਿੱਚ ਭਗਦੜ ਮਚ ਗਈ ਵੀ ਆ ਹੋ ਕੀ ਗਿਆ। ਤਾਂ ਜਦੋਂ ਜਿਹੜੇ ਜਸੂਸ ਹੁੰਦੇ ਸੀਗੇ ਮੁਗਲ ਸਰਕਾਰ ਦੇ, ਉਹ ਖਬਰਾਂ ਪਹੁੰਚਾਉਂਦੇ ਸੀਗੇ ਵੀ ਉਹ ਐਂ ਲੁੱਟਦਾ ਹੈ, ਐਂ ਮਾਰਦਾ ਹੈ, ਐਂ ਕਰਦਾ ਹੈ। ਕੁਛ ਮਸਾਲਾ ਲਾ ਕੇ ਦੱਸਦੇ ਸੀ ਅਕਬਰ ਨੂੰ ਵੀ ਉਹ ਐਂ ਕਰ ਦਿੰਦਾ ਹੈ, ਸਾਡੀਆਂ ਧੀਆਂ ਭੈਣਾਂ ਨਾਲ ਵੀ ਕਹਿੰਦਾ ਗਲਤ ਛੇੜਖਾਨੀਆਂ ਕਰਦਾ ਹੈ। ਕਹਿਣ ਦਾ ਮਤਲਬ ਅਕਬਰ ਦੇ ਪੂਰੇ ਕੰਨ ਭਰਤੇ ਉਹਨਾਂ ਨੇ। ਫਿਰ ਅਕਬਰ ਇੱਕ ਜਸੂਸ ਭੇਜਦਾ ਹੈ ਸਾਂਦਲਬਾਰ ਦੇ ਵਿੱਚ ਵੀ ਤੂੰ ਪਤਾ ਲਗਾ ਕੇ ਆ ਵੀ ਐਕਚੁਅਲ ਦੇ ਵਿੱਚ ਦੁੱਲਾ ਕਰਦਾ ਕੀ ਹੈ। ਉਸ ਜਸੂਸ ਦੀ ਖਬਰ ਦੁੱਲੇ ਨੂੰ ਮਿਲ ਜਾਂਦੀ ਹੈ। ਦੁੱਲਾ ਉਹਨੂੰ ਫੜ ਕੇ ਉਹਦੀਆਂ ਦਾੜੀਆਂ ਮੁੱਛਾਂ ਮੰਨ ਦਿੰਦਾ ਹੈ। ਉਸ ਟਾਈਮ ਤੇ ਦਾੜੀ ਮੁੱਛਾਂ ਮੁੰਨਣ ਦਾ ਮਤਲਬ ਹੁੰਦਾ ਕਿ ਬੇਇੱਜ਼ਤੀ ਕਰਨੀ, ਇੱਜ਼ਤ, ਮਤਲਬ ਜਿਵੇਂ ਅੱਜ ਕੱਲ ਤਾਂ
ਨੌਜਵਾਨ ਜਿਹੜੇ ਹੈਗੇ ਆ ਖੁਦ ਨਾਈ ਕੋਲੇ ਜਾ ਕੇ ਆਪਦੀ ਦਾੜੀ ਮੁੱਛਾਂ ਮਨਾਉਂਦੇ ਆ। ਉਹ ਪੁਰਾਣੇ ਟਾਈਮ ਤੇ ਕੀ ਹੁੰਦਾ ਸੀ, ਦਾੜੀ ਮੁੱਛ ਮੰਨਣ ਦਾ ਮਤਲਬ ਹੁੰਦਾ ਸੀ ਆਪਣੀ ਬੇਇੱਜ਼ਤੀ, ਆਪਣੀ ਇੱਜ਼ਤ ਚਲੀ ਗਈ। ਉਹ ਵੱਖਰੀ ਗੱਲ, ਅੱਜ ਆਪਣੀ ਇੱਜ਼ਤ ਆਪਾਂ ਆਪ ਹੀ ਲਵਾ ਕੇ ਆ ਜਾਂਦੇ ਆ ਨਾਈਆਂ ਕੋਲੇ, ਠੀਕ ਹੈ, ਉਹ ਵੱਖਰੀ ਗੱਲ ਹੈ। ਮਾਫ ਕਰਨਾ ਜੇ ਕਿਸੇ ਨੂੰ ਮੇਰੇ ਬੋਲ ਕੌੜੇ ਲੱਗ ਰਹੇ ਆ, ਮੈਂ ਸੱਚ ਦੱਸ ਰਿਹਾ ਤੁਹਾਨੂੰ। ਸੱਚ ਦੱਸਣਾ ਮੇਰਾ ਮਕਸਦ ਵੀ ਹੈ ਤੇ ਮੇਰਾ ਫਰਜ਼ ਵੀ ਹੈ, ਕਿਉਂਕਿ ਟੀਚਰ ਦਾ ਫਰਜ਼ ਕੀ ਹੁੰਦਾ, ਸੱਚ ਨਾਲ ਜਾਣੂ ਕਰਾਉਣਾ ਬੱਚੇ ਨੂੰ, ਚਾਹੇ ਉਹਨੂੰ ਗੱਲ ਚੰਗੀ ਲੱਗੇ ਚਾਹੇ ਮਾੜੀ ਲੱਗੇ। ਚਲੋ, ਜਿਹੜਾ ਜਸੂਸ ਸੀਗਾ ਉਹਦੀ ਦਾੜੀ ਮੁੱਛਾਂ ਮੁੰਨ ਕੇ ਦੁੱਲੇ ਨੇ ਉਹਨੂੰ ਵਾਪਸ ਭੇਜਤਾ। ਕਹਿਣ ਦਾ ਮਤਲਬ ਅਕਬਰ ਵਾਸਤੇ ਬਹੁਤ ਸ਼ਰਮਨਾਕ ਗੱਲ ਸੀਗੀ ਇਹ। ਤਾਂ ਅਕਬਰ ਨੂੰ ਫਿਰ ਬਹੁਤ ਗੁੱਸਾ ਆਉਂਦਾ ਤੇ ਆਪਣੇ ਦਰਬਾਰ ਦੇ ਵਿੱਚ ਐਲਾਨ ਕਰਦਾ, ਕੋਈ ਐਸਾ ਸੂਰਮਾ ਹੈਗਾ ਜੋ ਦੁੱਲੇ ਨੂੰ ਫੜ ਕੇ ਲੈ ਕੇ ਆਵੇ, ਉਹਦਾ ਪਰਿਵਾਰ ਸਮੇਤ ਬੰਨ ਕੇ ਮੇਰੇ ਦਰਬਾਰ ਦੇ ਵਿੱਚ ਪੇਸ਼ ਕਰੇ। ਤਾਂ ਕਹਿੰਦੇ ਜੀ ਉਸ ਟਾਈਮ ਤੇ ਇੱਕ ਬੰਦਾ ਉੱਠਦਾ ਹੈ, ਉਸ ਬੰਦੇ ਦਾ ਨਾਮ ਹੁੰਦਾ ਮਿਰਜ਼ਾ ਨਿਜ਼ਾਮੂਦੀਨ। ਉਹ ਕਹਿੰਦਾ ਮੈਂ ਫੜ ਕੇ ਲਿਆਉਂਗਾ ਦੁੱਲੇ ਨੂੰ, ਕਹਿੰਦਾ ਮੈਂ ਇਹਦਾ ਬੀੜਾ ਚੁੱਕਦਾ, ਮੈਂ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਚੱਕ ਕੇ ਲੈ ਕੇ ਆਉਂਗਾ। ਤਾਂ ਕਹਿੰਦੇ ਜੀ ਮਿਰਜ਼ਾ ਨਿਜ਼ਾਮੂਦੀਨ ਬਹੁਤ ਵੱਡੀ ਫੌਜ, ਜਿਹਦੇ ਵਿੱਚ ਘੋੜੇ, ਹਾਥੀ ਸਭ ਕੁਝ ਲੈ ਕੇ ਦੁੱਲੇ ਦੇ ਪਿੰਡ ਪਿੰਡੀ ਪੱਟੀਆਂ ਦੇ ਉੱਪਰ ਚੜ੍ਹਾਈ ਕਰਦਾ। ਉਹਦਾ ਜ਼ਿਕਰ ਪਾਲੀ ਸਿੰਘ ਨੇ ਕੀਤਾ, ਪਾਲੀ ਸਿੰਘ ਨੇ ਕੀਤਾ। ਉਹਦਾ ਜ਼ਿਕਰ ਇੱਕ ਕਵਿਤਾ ਦੇ ਵਿੱਚ ਆਉਂਦਾ, ਕਹਿੰਦੇ ਚੜਿਆ ਸੀ ਮਿਰਜ਼ਾ ਨਿਜ਼ਾਮੂਦੀਨ, ਹਾਥੀਆਂ ਨੂੰ ਮੱਦਾਂ ਸੀ ਪਿਆਵੀਆਂ। ਮੱਦਾਂ ਦਾ ਮਤਲਬ ਹੁੰਦਾ ਸ਼ਰਾਬ, ਹਾਥੀਆਂ ਨੂੰ ਸ਼ਰਾਬ ਪਿਆ ਕੇ ਲੈ ਗਏ। ਤੇ ਕਿਉਂਕਿ ਹਾਥੀਆਂ ਨੂੰ ਸ਼ਰਾਬ ਤਿਆਂ ਪਿਆਈ ਜਾਂਦੀ ਹੁੰਦੀ ਹੈ ਪੁਰਾਣੇ ਟਾਈਮ ਤੇ, ਵੀ ਹਾਥੀ ਜਿਹੜੇ ਹੁੰਦੇ ਆ ਨਾ ਭਗਦੜ ਮਚਾ ਦਿੰਦੇ ਆ, ਰਸਤੇ ਵਿੱਚ ਕੋਈ ਵੀ ਆ ਜਾਂਦਾ ਉਹਨੂੰ ਕੁਚਲ ਦਿੰਦੇ ਆ, ਚਾਹੇ ਕੋਈ ਪਿੰਡ ਆਵੇ, ਚਾਹੇ ਕੋਈ ਬੰਦਾ ਆਵੇ। ਕਹਿੰਦਾ ਚੜਿਆ ਸੀ ਮਿਰਜ਼ਾ ਨਿਜ਼ਾਮੂਦੀਨ, ਹਾਥੀਆਂ ਨੂੰ ਮੱਦਾਂ ਸੀ ਪਿਆਵੀਆਂ, ਭਰ ਕੇ ਦਾਰੂ ਦੀਆਂ ਬੋਤਲਾਂ ਲਿਆਵਦੇ ਹਾਥੀਆਂ ਦੇ ਸੁੰਡਾਂ ਵਿੱਚ ਪਾਈਆਂ। ਠੀਕ ਹੈ, ਜਦੋਂ ਹਾਥੀਆਂ ਨੂੰ ਚੜੀਆਂ ਲੋਰੀਆਂ, ਮਾਰਨ ਚੀਕਾਂ ਤੇ ਖਾਣ ਕਰਲਾਈਆਂ, ਹੌਲੀ ਹੌਲੀ ਪਿੰਡੀ ਵਿੱਚ ਜਾ ਵੜੇ। ਪਿੰਡੀ ਕਿਹੜਾ, ਦੁੱਲੇ ਭੱਟੀ ਦਾ ਪਿੰਡ। ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ। ਦਰਸ਼ਨੀ ਦਰਵਾਜ਼ਾ ਹੁੰਦਾ ਜਿਹੜਾ ਮੇਨ ਦਰਵਾਜ਼ਾ ਹੁੰਦਾ ਪਿੰਡ ਦਾ। ਸਾਰੇ ਬੈਠਕਾਂ ਦਵਾਖਾਨੇ ਢਾ ਦਿੱਤੇ, ਇੱਟਾਂ ਬਣਾ ਕੇ ਵਿੱਚ ਖੰਡਾਈਆਂ, ਸਾਰਾ ਕੁਝ ਢਾਤਾ। ਕਹਿਣ ਦਾ ਮਤਲਬ ਪਿੰਡੀ ਪਿੰਡ ਦੇ ਉੱਪਰ ਬਹੁਤ ਜ਼ੁਲਮ ਕੀਤਾ। ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ, ਮਾਰਨ ਸ਼ਮਕਾਂ ਤੇ ਕਰਨ ਕਰੜਾਈਆਂ। ਕਹਿਣ ਦਾ ਮਤਲਬ ਜਿਹੜੇ ਟਕੇ ਟਕੇ ਦੇ ਸਿਪਾਹੀ ਵੀ ਸੀਗੇ ਨਾ, ਉਹ ਵੀ ਰੋਹ ਮਾਰਦੇ ਸੀਗੇ। ਉੱਥੋਂ ਦੀਆਂ ਔਰਤਾਂ ਨੂੰ ਬੰਦੀ ਬੁਲਾ ਲਿਆ, ਉਹਨਾਂ ਦੇ ਜਿਹੜੇ ਪਸ਼ੂ ਸੀਗੇ ਉਹਨਾਂ ਨੂੰ ਮਾਰ ਮਕਾਇਆ। ਯਾਨੀ ਕਿ ਬਹੁਤ ਜ਼ੁਲਮ ਕੀਤਾ ਪਿੰਡੀ ਦੇ ਉੱਪਰ। ਪਰ ਉਸ ਟਾਈਮ ਤੇ ਦੁੱਲਾ ਪਿੰਡੀ ਪਿੰਡ ਵਿੱਚ ਨਹੀਂ ਸੀਗਾ, ਉਹ ਕਿਸੇ ਕੰਮ ਦੇ ਕਰਕੇ ਵਾਂਢੇ ਗਿਆ ਹੋਇਆ ਸੀਗਾ, ਉਹ ਪਿੰਡ ਦੇ ਵਿੱਚ ਨਹੀਂ ਸੀਗਾ। ਪਿੰਡ ਵਿੱਚ ਕੌਣ ਸੀਗਾ, ਉਹਦਾ ਇੱਕ ਮੁੰਡਾ ਤੇ ਉਹਦਾ ਭਰਾ ਸੀਗਾ। ਠੀਕ ਹੈ, ਤਾਂ ਉਹਨਾਂ ਨਾਲ ਫਿਰ ਲੜਾਈ ਹੁੰਦੀ ਹੈ ਇੱਥੇ ਮਿਰਜ਼ਾ ਨਿਜ਼ਾਮੂਦੀਨ ਦੀ, ਤੇ ਮੁਗਲ ਫੌਜਾਂ ਨੇ ਪਿੰਡੀ ਪਿੰਡ ਨੂੰ ਘੇਰ ਲਿਆ ਸੀਗਾ। ਤੇ ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਕੋਈ ਸੌਖਾ ਨਹੀਂ ਸੀਗਾ ਦੁੱਲੇ ਵਾਸਤੇ। ਪਰ ਦੁੱਲੇ ਦੇ ਪਹੁੰਚਣ ਤੱਕ ਉਹਦਾ ਜਿਹੜਾ ਭਰਾ ਸੀਗਾ ਮੇਰੂ ਅਮਲੀ, ਉਹਨੇ ਮੁਕਾਬਲਾ ਕੀਤਾ ਜੀ ਪਹਿਲੇ ਦਿਨ ਮੁਗਲਾਂ ਦੇ ਨਾਲ, ਤੇ ਉਹਨੇ ਕਾਫੀ ਬਹਾਦਰੀ ਨਾਲ ਲੜਿਆ। ਉਹਨੇ ਵੀ ਭਾਜੜਾਂ ਪਾਤੀਆਂ ਮੁਗਲਾਂ ਨੂੰ। ਅਗਲੇ ਦਿਨ ਉਹਦਾ ਪੁੱਤਰ ਜਿਹੜਾ ਸੀਗਾ ਨੂਰ ਖਾਂ, ਉਹ ਵੀ ਬੜੀ ਬਹਾਦਰੀ ਨਾਲ ਲੜਦਾ ਹੈ। ਤੇ ਉਧਰ ਦੁੱਲੇ ਨੂੰ ਵੀ ਖਬਰ ਪਹੁੰਚ ਜਾਂਦੀ ਹੈ ਕਿ ਉਹਦੇ ਪਿੰਡ ਪਿੰਡੀ ਭੱਟੀਆਂ ਦੇ ਉੱਪਰ ਹਮਲਾ ਹੋ ਗਿਆ। ਤਾਂ ਦੁੱਲਾ ਤੇਜ਼ ਹਵਾ ਦੇ ਰਫ਼ਤਾਰ ਦੇ ਵਾਂਗੂ ਘੋੜਾ ਦੜਾ ਰਿਹਾ, ਵਾਪਸ ਆ ਰਿਹਾ ਆਪਣੇ ਪਿੰਡ ਬਦਲਾ ਲੈਣ ਵਾਸਤੇ। ਉਹਨੂੰ ਖਬਰ ਪਹੁੰਚ ਜਾਂਦੀ ਹੈ। ਤਾਂ ਜਿੰਨ ਤੱਕ ਦੁੱਲਾ ਪਹੁੰਚਦਾ ਹੈ ਤਾਂ ਬਹੁਤ ਸਾਰਾ ਕਤਲੇਆਮ ਹੋ ਚੁੱਕਿਆ ਹੁੰਦਾ ਹੈ। ਤੇ ਦੁੱਲੇ ਦੀ ਮਾਂ ਤੇ ਦੁੱਲੇ ਦੀ ਪਤਨੀ ਤੇ ਹੋਰ ਪਿੰਡ ਦੀਆਂ ਔਰਤਾਂ ਨੂੰ ਜਿਹੜਾ ਮਿਰਜ਼ਾ ਨਿਜ਼ਾਮੂਦੀਨ ਹੈਗਾ ਉਹ ਫੜ ਕੇ ਲਿਜਾਣ ਲੱਗਦਾ ਹੈ। ਤਾਂ ਉਹਦਾ ਅੱਗੋਂ ਫਿਰ ਰਾਹ ਡੱਕਦਾ ਕੌਣ, ਦੁੱਲਾ ਭੱਟੀ। ਫਿਰ ਦੁੱਲਾ ਭੱਟੀ ਕਹਿੰਦੇ ਜੀ ਮਿਰਜ਼ਾ ਨਿਜ਼ਾਮੂਦੀਨ ਦੇ ਛੱਕੇ ਛੁਡਾ ਦਿੰਦਾ ਤੇ ਉਹਨੂੰ ਬੰਦੀ ਬਣਾ ਲੈਂਦਾ। ਕਹਿਣ ਦਾ ਮਤਲਬ ਜਿਹੜਾ ਆਪਣੇ ਆਪ ਨੂੰ ਸੂਰਮਾ ਕਹਿੰਦਾ ਸੀਗਾ, ਜਿਹਨੇ ਬੀੜਾ ਚੱਕਿਆ ਸੀ ਕਿ ਮੈਂ ਇੱਕ ਦਿਨ ਦੇ ਵਿੱਚ ਫੜ ਕੇ ਲੈ ਆਉਂਗਾ ਦੁੱਲੇ ਨੂੰ ਤੇ ਦੁੱਲੇ ਦੇ ਪਰਿਵਾਰ ਨੂੰ, ਤੇ ਉਹ ਗੋਡੇ ਟੇਕ ਦਿੰਦਾ ਦੁੱਲੇ ਦੇ ਅੱਗੇ। ਦੁੱਲਾ ਉਹਦਾ ਸਿਰ ਕਲਮ ਕਰਨ ਲੱਗਦਾ, ਪਰ ਜਿਹੜਾ ਉਹ ਨਿਜ਼ਾਮੂਦੀਨ ਹੁੰਦਾ ਉਹ ਦੁੱਲੇ ਦੀ ਮਾਂ ਲੱਦੀ ਦੇ ਅੱਗੇ ਤਰਲੇ ਮਿੰਤਾਂ ਕਰਕੇ ਆਪਣੀ ਜਾਨ ਬਖਸ਼ਾ ਲੈਂਦਾ। ਤਾਂ ਉਹਦੀ ਮਾਂ ਕਹਿੰਦੀ ਆ ਵੀ ਦੁੱਲਿਆ ਜਿਹੜਾ ਪੈਰੀ ਪੈ ਗਿਆ ਤਾਂ ਪੈਰੀ ਪਾਇਆ ਬੰਦੇ ਨੂੰ ਬਖਸ਼ੀਦਾ ਹੁੰਦਾ, ਇਹ ਆਪਣੇ ਹੁਣ ਪੈਰੀ ਪੈ ਗਿਆ, ਇਹਨੂੰ ਆਪਾਂ ਨਹੀਂ ਮਾਰਨਾਗਾ। ਤਾਂ ਦੁੱਲਾ ਆਪਣੀ ਮਾਂ ਦੀ ਗੱਲ ਸੁਣ ਕੇ ਉਹਨੂੰ ਬਖਸ਼ ਦਿੰਦਾ। ਤੇ ਉਹ ਫਿਰ ਦੁੱਲੇ ਨੂੰ ਕਹਿੰਦਾ ਵੀ ਮੈਂ ਤੇਰੀ ਸ਼ੇਖੂ ਦੇ ਨਾਲ ਮੁਲਾਕਾਤ ਕਰਵਾਉਂਗਾ। ਸ਼ੇਖੂ ਕੌਣ, ਅਕਬਰ ਦਾ ਮੁੰਡਾ ਜਹਾਂਗੀਰ, ਕਿਉਂਕਿ ਉਹ ਦੁੱਲੇ ਦਾ ਸਾਥੀ ਹੁੰਦਾ, ਬਚਪਨ ਦੇ ਵਿੱਚ ਇਕੱਠੇ ਪਲੇ ਖੇਡੇ ਹੁੰਦੇ ਆ। ਤਾਂ ਦੁੱਲੇ ਨੂੰ ਸ਼ੇਖੂ ਦੇ ਨਾਲ ਮੁਲਾਕਾਤ ਕਰਾਉਣ ਦੇ ਬਹਾਨੇ ਉਹ ਆਪਣੇ ਨਾਲ ਕੀ ਕਰਦਾ, ਦਰਬਾਰ ਦੇ ਵਿੱਚ ਲੈ ਜਾਂਦਾ, ਪਰ ਧੋਖੇ ਨਾਲ ਉਹਨੂੰ ਸ਼ਰਾਬ ਪਿਲਾ ਕੇ ਉਹਨੂੰ ਕੈਦ ਕਰ ਲੈਂਦਾ। ਤਾਂ ਦੁੱਲੇ ਨੂੰ ਇੱਥੇ ਕੈਦ ਕਰ ਲਿਆ ਜਾਂਦਾ ਧੋਖੇ ਦੇ ਨਾਲ। ਫਿਰ ਹੁੰਦਾ ਕੀ ਅਗਲੇ ਦਿਨ ਫਿਰ ਅਕਬਰ ਬਾਦਸ਼ਾਹ ਉਹਨੂੰ ਇੱਕ ਗਵਰਨਰ ਜਨਰਲ ਦੇ ਅਹੁਦੇ ਦੀ ਪੇਸ਼ਕਸ਼ ਕਰਦਾ ਹੈ। ਗਵਰਨਰ ਜਨਰਲ ਦਾ ਅਹੁਦਾ ਵੀ ਕੋਈ ਨਾਰਮਲ ਅਹੁਦਾ ਨਹੀਂ, 2 ਇਲਾਕੇ ਉਸ ਟਾਈਮ ਤੇ ਸਭ ਤੋਂ ਵੱਡੇ ਇਲਾਕੇ ਸੀਗੇ ਲਾਹੌਰ ਤੇ ਕਸੂਰ, ਉਹਦਾ ਗਵਰਨਰ ਜਨਰਲ ਬਣਾਉਣ ਵਾਸਤੇ ਦੁੱਲੇ ਨੂੰ ਪੇਸ਼ਕਸ਼ ਕੀਤੀ ਜਾਂਦੀ ਹੈ। ਪਰ ਉਹ ਸੂਰਮੇ ਨੇ ਪੰਜਾਬ ਦੇ ਨਾਲ, ਆਪਣੇ ਲੋਕਾਂ ਦੇ ਨਾਲ ਦਗਾ ਨਹੀਂ ਕੀਤਾਗਾ। ਜੇ ਅੱਜ ਕੱਲ ਦੇ ਕਿਸੇ ਬੰਦੇ ਨੂੰ ਕਹਿ ਦਈਏ ਨਾ ਵੀ ਤੈਨੂੰ ਪਿੰਡ ਦਾ ਸਰਪੰਚ ਬਣਾ ਦਿੰਨੇ ਆ, ਉਹ ਕਹਿੰਦਾ ਢੱਠੇ ਖੂਚ ਜਾਵੇ ਲੋਕ, ਮੈਂ ਤਾਂ ਸਰਪੰਚੀ ਲੈ ਲੂੰਗਾ। ਤਾਂ ਵੇਖ ਲਓ ਵੀ ਕਿੱਡਾ ਤਕੜਾ ਸੂਰਮਾ ਸੀਗਾ। ਇੱਕ ਪਾਸੇ ਮੌਤ ਹੈ ਤੇ ਇੱਕ ਪਾਸੇ ਗਵਰਨਰ ਜਨਰਲ ਦੀ ਪੋਸਟ, ਉਹ ਵੀ ਬਹੁਤ ਤਕੜੇ ਇਲਾਕੇ। ਕਿਹੜੇ ਇਲਾਕੇ, ਲਾਹੌਰ ਤੇ ਕਸੂਰ। ਪਰ ਉਹਨੇ ਨਾ ਕਰਤੀ, ਉਹਨੂੰ ਕਿਹਾ ਗਿਆ ਵੀ ਤੂੰ ਇਹਨਾਂ ਦਾ ਗਵਰਨਰ ਜਨਰਲ ਬਣ ਜਾ ਤੇ ਤੂੰ ਆਪਣੇ ਲੋਕਾਂ ਨੂੰ ਟੈਕਸ ਭਰਨ ਵਾਸਤੇ ਰਾਜੀ ਕਰ। ਪਰ ਦੁੱਲਾ ਉਸ ਟਾਈਮ ਤੇ ਇਹਨਾਂ ਅਹੁਦਿਆਂ ਨੂੰ ਕੀ ਕਰਦਾ, ਠੋਕਰ ਮਾਰ ਦਿੰਦਾ ਹੈ।
ਠੋਕਰ ਮਾਰਨ ਤੋਂ ਬਾਅਦ ਫਿਰ ਉਹਦੇ ਜਿਹੜੇ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਜਿਹੜੇ ਉਹਦੇ ਵਜ਼ੀਰ ਹੁੰਦੇ ਆ ਜਾਂ ਕੋਈ ਹੋਰ ਬੰਦੇ ਹੁੰਦੇ ਆ, ਉਹ ਦੁੱਲੇ ਨੂੰ ਸਿਰ ਝੁਕਾਉਣ ਵਾਸਤੇ ਕਹਿੰਦੇ ਆ, ਮਾਫੀ ਮੰਗਣ ਵਾਸਤੇ ਕਹਿੰਦੇ ਆ, ਪਰ ਉਹ ਟਸ ਤੋਂ ਮਸ ਨਹੀਂ ਹੁੰਦਾਗਾ। ਫਿਰ ਆਖਰ ਨੂੰ ਕੀ ਹੁੰਦਾ, ਕਾਜੀ ਦੇ ਪਾਸੋਂ ਫਤਵਾ ਸੁਣਵਾ ਕੇ ਲਾਹੌਰ ਦੇ ਮੁੱਖ ਚੌਂਕ ਦੇ ਵਿੱਚ ਦੁੱਲੇ ਨੂੰ ਸੂਲੀ ਟੰਗ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਅੰਤ ਹੁੰਦਾ ਹੈ ਉਸ ਸੂਰਬੀਰ ਦਾ। ਇਤਿਹਾਸ ਦੇ ਵਿੱਚ ਜੇਕਰ ਇੱਕ ਇਹ ਵੀ ਆਉਂਦਾ ਹੈ, ਮਤਲਬ ਇਤਿਹਾਸ ਦੇ ਵਿੱਚ ਦੋ ਕਥਾਵਾਂ ਪ੍ਰਚਲਿਤ ਨੇ ਵੀ ਦੁੱਲੇ ਦੀ ਮੌਤ ਦੀਆਂ। ਇੱਕ ਤਾਂ ਇਹ ਵੀ ਉਹਨੂੰ ਲਾਹੌਰ ਦੇ ਵਿੱਚ ਸੂਲੀ ਟੰਗ ਦਿੱਤਾ ਜਾਂਦਾ ਹੈ ਤੇ ਉਹਨੂੰ ਮੌਤ ਮਿਲਦੀ ਹੈ। ਇੱਕ ਇਹ ਪ੍ਰਚਲਿਤ ਹੈ ਵੀ ਜਦੋਂ ਨਿਜ਼ਾਮੂਦੀਨ ਨਾਲ ਲੜਾਈ ਹੁੰਦੀ ਹੈ ਤਾਂ ਉਸ ਲੜਾਈ ਦੇ ਵਿੱਚ ਉਹਦੀ ਸ਼ਹਾਦਤ ਹੋ ਜਾਂਦੀ ਹੈ। ਚਲੋ ਕਹਿਣ ਦਾ ਭਾਵ ਕੀ ਹੈਗਾ ਵੀ ਉਹ ਇੱਕ ਅਣਖੀ ਤੇ ਸੂਰਬੀਰ ਯੋਧਾ ਸੀਗਾ ਜਿਹੜਾ ਕਿ ਲੜ ਕੇ ਸ਼ਹੀਦ ਹੋਇਆ ਆਪਣੇ ਪੰਜਾਬ ਵਾਸਤੇ, ਆਪਣੇ ਲੋਕਾਂ ਵਾਸਤੇ। ਹੁਣ ਜਿਹੜੀ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਗੱਲ ਦੱਸੀ ਸੀਗੀ, ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਸੁੰਦਰ ਮੁੰਦਰੀਏ, ਉਹ ਕੀ ਕਹਾਣੀ ਹੈ। ਆਪਾਂ ਨੂੰ ਸਿਰਫ ਬਸ ਇੰਨੀ ਕੁ ਸੀਮਤ ਆ ਵੀ ਦੁੱਲਾ ਭੱਟੀ ਸੀਗਾ, ਉਹਨੇ 2 ਕੁੜੀਆਂ ਦਾ ਵਿਆਹ ਕੀਤਾ। ਪਰ ਦੇਖੋ ਉਸ ਸੂਰਬੀਰ ਦੀ ਗਾਥਾ ਜਿਹਨੇ ਸਮੇਂ ਦੀ ਸਰਕਾਰਾਂ ਵਾਸਤੇ ਵਕਤ ਪਾਤਾ। ਕਹਿੰਦੇ ਲਗਭਗ 25 ਤੋਂ 30 ਸਾਲ ਅਕਬਰ ਨੇ ਆਪਣੀ ਜਿਹੜੀ ਰਾਜਧਾਨੀ ਹੈਗੀ ਹੈ ਦਿੱਲੀ ਤੋਂ ਲਾਹੌਰ ਨੂੰ ਬਣਾ ਕੇ ਰੱਖਿਆ, ਸਿਰਫ ਦੁੱਲੇ ਕਰਕੇ। ਠੀਕ ਹੈ, ਤਾਂ ਦੁੱਲੇ ਭੱਟੀ ਦੀ ਅੱਜ ਵੀ ਜਿਹੜੀ ਕਬਰ ਹੈਗੀ ਹੈ ਇਹ ਆਪਣੀ ਸੰਦਲਬਾਰ ਦੇ ਇਲਾਕੇ 'ਚ ਮਿਲਦੀ ਹੈ। ਮਿਆਨੀ ਸਾਹਿਬ ਕਬਰਸਤਾਨ ਦੇ ਵਿੱਚ ਉਹਦੀ ਕਬਰ ਹੈ ਦੁੱਲੇ ਭੱਟੀ ਦੀ। ਇਹ ਸੰਦਲਬਾਰ ਦਾ ਇਲਾਕਾ ਪੰਜਾਬ ਦੇ ਵਿੱਚ ਹੈ। ਠੀਕ ਹੈ ਜੀ, ਜਿਹੜਾ ਲਹਿੰਦਾ ਪੰਜਾਬ ਹੈਗਾ ਆਪਣਾ ਪਾਕਿਸਤਾਨ ਵਾਲਾ। ਚਲੋ ਹੁਣ ਆਪਾਂ ਉਸ ਕਹਾਣੀ ਦੀ ਗੱਲ ਕਰਦੇ ਆ। ਕਹਿੰਦੇ ਵੀ ਇੱਕ ਪਿੰਡ ਦੇ ਵਿੱਚ ਨਾ ਗਰੀਬ ਬ੍ਰਾਹਮਣ ਰਹਿੰਦਾ ਸੀ, ਉਹਦੀ 2 ਧੀਆਂ ਸੀਗੀਆਂ, ਸੁੰਦਰੀ ਤੇ ਮੁੰਦਰੀ। ਉਹ ਦੋਵੇਂ ਮਤਲਬ ਕਿ ਮੰਗੀਆਂ ਹੋਈਆਂ ਸੀਗੀਆਂ, ਪਰੰਤੂ ਗਰੀਬੀ ਦੇ ਕਾਰਨ ਉਹਨਾਂ ਦਾ ਵਿਆਹ ਨਹੀਂ ਕਰ ਸਕਿਆ, ਕਿਉਂਕਿ ਥੋੜਾ ਬਹੁਤਾ ਦਹੇਜ ਦੇਣਾ ਪੈਂਦਾ ਸੀਗਾ ਉਸ ਟਾਈਮ ਤੇ ਵੀ। ਤਾਂ ਉਸ ਇਲਾਕੇ ਦਾ ਇੱਕ ਨਾ ਮੁਗਲਾਂ ਦਾ ਦੀਵਾਨ ਸੀਗਾ। ਉਹ ਦੀਵਾਨ ਜਿਹੜਾ ਸੀਗਾ ਬੜਾ ਨਿਰਦਈ ਬੰਦਾ ਸੀਗਾ। ਉਹ ਜਬਰੀ ਜੋਰੀ ਨਾ ਕੁੜੀਆਂ ਨੂੰ, ਜਿਹੜੀਆਂ ਜਵਾਨ ਕੁੜੀਆਂ ਹੈਗੀਆਂ, ਉਹਨੂੰ ਚੁੱਕ ਕੇ ਲੈ ਜਾਂਦਾ ਸੀਗਾ। ਤੇ ਉਹਨੂੰ ਇਹ ਨਾ ਮਤਲਬ ਉਸ ਦੀਵਾਨ ਦੇ ਕੰਨੀ ਨਾ ਸੁੰਦਰ ਮੁੰਦਰੀ ਜਿਹੜੀ 2 ਕੁੜੀਆਂ ਸੀਗੀਆਂ ਬ੍ਰਾਹਮਣ ਦੀਆਂ, ਉਹਨਾਂ ਦੇ ਮਤਲਬ ਜਵਾਨ ਹੋਣ ਦੀ ਖਬਰ ਜਿਹੜੀ ਹੈਗੀ ਉਹਦੇ ਕੰਨੀ ਪੈ ਜਾਂਦੀ ਹੈ। ਤੇ ਉਹ ਮਨ ਬਣਾ ਲੈਂਦਾ ਵੀ ਮੈਂ ਸੁੰਦਰੀ ਤੇ ਮੁੰਦਰੀ ਨੂੰ ਚੱਕ ਕੇ ਲੈ ਆਉਂਗਾ, ਜਬਰੀ ਚੱਕ ਲਿਆਉਂਗਾ ਇਹਨੂੰ। ਤੇ ਇਸ ਗੱਲ ਦੀ ਜਿਹੜੀ ਭਿਣਕ ਹੈਗੀ ਆ ਉਸ ਬ੍ਰਾਹਮਣ ਨੂੰ ਵੀ ਪੈ ਜਾਂਦੀ ਹੈ। ਤਾਂ ਉਹ ਸੋਚਦਾ ਵੀ ਮੈਂ ਨਾ ਕੁੜੀ ਦੇ ਸਹੁਰੇ ਘਰ ਜਾ ਕੇ, ਜਿੱਥੇ ਉਹ ਮੰਗੀਆਂ ਹੋਈਆਂ, ਉਹਨਾਂ ਨੂੰ ਕਹੂੰਗਾ ਵੀ ਬਿਨਾਂ ਵਿਆਹ ਤੋਂ ਆਪਦੇ ਘਰ ਲੈ ਜਾਓ, ਵੀ ਮੇਰੀ ਕੁੜੀਆਂ ਦੀ ਇੱਜ਼ਤ ਬਚ ਜੂਗੀ। ਪਰ ਜਿਹੜੇ ਉਹਦੇ ਕੁੜੀ ਦੇ ਸਹੁਰੇ ਹੁੰਦੇ ਆ ਉਹ ਵੀ ਬਹੁਤ ਡਰਦੇ ਹੁੰਦੇ ਆ, ਕਿਉਂਕਿ ਉਸ ਟਾਈਮ ਦਾ ਮੁਗਲਾਂ ਦਾ ਦੀਵਾਨ ਹੁੰਦਾ, ਉਹ ਤੋਂ ਰਾਜੀ ਨਹੀਂ ਹੁੰਦੇ। ਉਹ ਕਹਿੰਦੇ ਅਸੀਂ ਬਿਨਾਂ ਵਿਆਹ ਤੋਂ ਨਹੀਂ ਲੈ ਕੇ ਜਾ ਸਕਦੇ। ਤਾਂ ਬ੍ਰਾਹਮਣ ਦੇ ਕੋਲੇ ਪੈਸੇ ਵੀ ਨਹੀਂ ਹੁੰਦੇ ਵਿਚਾਰੇ ਕੋਲੇ ਇਕੱਠੇ ਵੀ ਉਹ ਵਿਆਹ ਕਰ ਸਕੇ। ਤਾਂ ਨਿਰਾਸ਼ ਘਰ ਨੂੰ ਵਾਪਸ ਮੁੜਦਾ, ਕੁੜੀ ਦੇ ਸਹੁਰਿਆਂ ਤੋਂ ਵਾਪਸ ਘਰ ਨੂੰ ਮੁੜ ਰਿਹਾ ਹੁੰਦਾ। ਰਸਤੇ ਵਿੱਚ ਜੰਗਲ ਪੈਂਦਾ, ਫਿਰ ਉਹ ਜੰਗਲ ਦੇ ਵਿੱਚ ਦੁੱਲਾ ਭੱਟੀ ਰਹਿੰਦਾ ਹੁੰਦਾ। ਉਹ ਸੂਰਮਾ ਜ਼ਿਆਦਾਤਰ ਜੰਗਲਾਂ ਦੇ ਵਿੱਚ ਵਿਚਰਦੇ ਹੁੰਦੇ ਨਾ, ਕਿਉਂਕਿ ਸਰਕਾਰਾਂ ਤੋਂ ਬਚ ਕੇ ਵੀ ਰਹਿਣਾ ਪੈਂਦਾ। ਤਾਂ ਫਿਰ ਉਹ ਦੁੱਲੇ ਭੱਟੀ ਨੂੰ ਮਿਲਦਾ ਤੇ ਦੁੱਲੇ ਕੋਲੇ ਜਾ ਕੇ ਆਪਣੀ ਸਾਰੀ ਉਹ ਕਹਾਣੀ ਸੁਣਾਉਂਦਾ। ਤਾਂ ਦੁੱਲਾ ਕਹਿੰਦਾ ਤੂੰ ਫਿਕਰ ਨਾ ਕਰ, ਤੇਰੀਆਂ ਧੀਆਂ ਮੇਰੀਆਂ ਧੀਆਂ ਨੇ, ਮੈਂ ਕਰੂੰਗਾ ਇਹਨਾਂ ਦਾ ਵਿਆਹ। ਪਰ ਜਦੋਂ ਵਿਆਹ ਦੀ ਮਤਲਬ ਦੁੱਲਾ ਫਿਰ ਖੁਦ ਕੁੜੀ ਦੇ ਸਹੁਰੇ ਜਾ ਕੇ ਗੱਲ ਕਰਕੇ ਆਉਂਦਾ। ਕਹਿੰਦੇ ਵੀ ਮੈਂ ਜ਼ਿੰਮੇਵਾਰੀ ਚੱਕਦਾ ਤੇ ਤੁਸੀਂ ਨਿਸ਼ਚਿੰਤ ਹੋ ਕੇ ਆਪਣੇ ਘਰੇ ਮੁੜ ਜਾਓ। ਜਾਣੀ ਕਿ ਬ੍ਰਾਹਮਣ ਨੂੰ ਕਹਿ ਦਿੰਦਾ ਵੀ ਤੂੰ ਆਪਣੇ ਘਰੇ ਮੁੜ ਜਾ, ਮੈਂ ਕਰੂੰਗਾ ਇਹਨਾਂ ਦਾ ਵਿਆਹ। ਤਾਂ ਦੁੱਲੇ ਨੇ ਕੁੜੀਆਂ ਦੇ ਬਾਪ ਤੋਂ ਸਹੁਰੇ ਦਾ ਪਤਾ ਥੋ ਪੁੱਛ ਕੇ ਵਿਆਹ ਦਾ ਦਿਨ ਕੀ ਕਰ ਦਿੰਦੇ ਆ, ਮਤਲਬ ਫਿਕਸ ਕਰ ਦਿੰਦੇ ਆ। ਕੁੜੀਆਂ ਦੇ ਜਿਹੜੇ ਸਹੁਰੇ ਹੁੰਦੇ ਆ ਦੁੱਲੇ ਨੂੰ ਬੇਨਤੀ ਕਰਦੇ ਵੀ ਅਸੀਂ ਵਿਆਹ ਰਾਤ ਸਮੇਂ ਕਰ ਸਕਦੇ ਆ, ਕਿਉਂਕਿ ਉਹ ਦੀਵਾਨ ਬੜਾ ਕੀ ਆ ਜੀ, ਜ਼ਾਲਮ ਹੈ, ਨਿਰਦਈ ਹੈ। ਚਲੋ ਜੀ, ਰਾਤ ਨੂੰ ਵਿਆਹ ਦਾ ਜਾਨੀ ਕਿ ਪ੍ਰੋਗਰਾਮ ਸਾਰਾ ਸੈੱਟ ਕੀਤਾ ਜਾਂਦਾ। ਤਾਂ ਬਾਹਰ ਜਿੱਥੇ ਜੰਗਲ ਦੇ ਵਿੱਚ ਦੁੱਲਾ ਰਹਿੰਦਾ ਹੁੰਦਾ, ਉੱਥੇ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਜਾਂਦਾ। ਉਹਦੇ ਵਿੱਚ ਕੀ ਕਰਦੇ ਨੇ, ਉਹ ਰੋਸ਼ਨੀ ਕਰਨ ਵਾਸਤੇ ਲੱਕੜੀਆਂ ਇਕੱਠੀਆਂ ਕਰਕੇ, ਜਿਵੇਂ ਅੱਜ ਕੱਲ ਆਪਾਂ ਲੋਹੜੀ ਬਾਲਦੇ ਆ, ਤਾਂ ਰੋਸ਼ਨੀਆਂ ਇਕੱਠੀ ਕਰਕੇ, ਮਤਲਬ ਲੱਕੜਾਂ ਇਕੱਠੀਆਂ ਕਰਕੇ ਰੋਸ਼ਨੀ ਬਾਲੀ ਜਾਂਦੀ ਹੈ। ਤਾਂ ਜਿਹੜੇ ਉਸ ਪਿੰਡ ਦੇ ਵਿੱਚ ਆਲੇ ਦੁਆਲੇ ਜਿਹੜੇ ਪਿੰਡ ਹੁੰਦੇ, ਉਹਨਾਂ ਤੋਂ ਦਾਨ ਇਕੱਠਾ ਕੀਤਾ ਜਾਂਦਾ ਕੁੜੀਆਂ ਨੂੰ ਦਹੇਜ ਵਿੱਚ ਦੇਣ ਵਾਸਤੇ। ਤਾਂ ਜਿਨ੍ਹਾਂ ਦੇ ਘਰੇ ਨਵਾਂ ਵਿਆਹ ਹੋਇਆ ਸੀਗਾ, ਜਿਨ੍ਹਾਂ ਦੇ ਘਰੇ ਨਵਾਂ ਜਵਾਕ ਹੋਇਆ ਸੀਗਾ, ਉਹ ਸਾਰੇ ਆਪਣੇ ਵੱਲੋਂ ਕੁਛ ਨਾ ਕੁਛ ਗੁੜ ਸ਼ੱਕਰ ਦਾਣੇ ਆਪਣੇ ਦਾਨ ਦੇ ਰੂਪ ਵਿੱਚ ਲੈ ਕੇ ਆਉਂਦੇ ਆ। ਤੇ ਦੁੱਲੇ ਕੋਲੇ ਕੰਨਿਆ ਦਾਨ ਦੇਣ ਵਾਸਤੇ ਬਸ ਇੱਕ ਲੱਪ ਦਾ ਮਤਲਬ ਹੁੰਦਾ ਇੱਕ ਮੁੱਠ, ਇੱਕ ਲੱਪ ਸ਼ੱਕਰ ਦੀ ਸੀਗੀ। ਤਾਂ ਹੀ ਤਾਂ ਆਪਾਂ ਪੜ੍ਹਦੇ ਹਾਂ ਹਨਾ, ਸ਼ੇਰ ਸ਼ੱਕਰ ਪਾਈ। ਤਾਂ ਦੁੱਲੇ ਨੇ ਵੀ ਮਤਲਬ ਖੁਦ ਬਾਪ ਬਣ ਕੇ ਉਸ ਕੁੜੀਆਂ ਦਾ ਕੀ ਕੀਤਾ, ਕੰਨਿਆ ਦਾਨ ਕੀਤਾ ਤੇ ਕੁੜੀਆਂ ਦਾ ਡੋਲਾ ਆਪਣੇ ਘਰ ਤੁਰ ਗਿਆ। ਤੇ ਗਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ ਲੱਖ ਸ਼ੁਕਰਗੁਜ਼ਾਰ ਕੀਤਾ। ਤਾਂ ਇਹ ਸੀਗੀ ਉਹ ਸੂਰਮੇ ਦਾ ਕਰੈਕਟਰ। ਉਸਨੇ ਗਰੀਬਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ ਆਪਣਾ ਬਲਿਦਾਨ ਦਿੱਤਾ। ਉਹਦੇ ਕੱਲਾ ਉਹਨੇ ਨਹੀਂ, ਉਹਦੇ ਪਿਓ ਨੇ, ਉਹਦੇ ਦਾਦੇ ਨੇ, ਸਭ ਨੇ ਬਲਿਦਾਨ ਦਿੱਤਾ। ਤਾਂ ਲੋਹੜੀ ਕਹਿੰਦੇ ਮਨਾਉਣ ਦਾ ਰਿਵਾਜ ਉਦੋਂ ਹੀ ਪਿਆ ਜਦੋਂ ਇਹ ਬ੍ਰਾਹਮਣਾਂ ਦੀ ਕੁੜੀ ਦਾ ਵਿਆਹ ਕੀਤਾ ਸੁੰਦਰ ਮੁੰਦਰੀ ਦਾ। ਤਾਂ ਇਹ ਸੀਗੀ ਜੀ ਉਹਦੀ ਪੂਰਨ ਗਾਥਾ, ਜਿਹੜੀ ਕਿ ਇੱਕ ਬਹੁਤ ਸੀਮਤ ਰਹਿ ਕੇ ਜੇ ਆਪਾਂ ਨੂੰ ਅੱਜ ਨਹੀਂ ਪਤਾ ਹੋਊਗਾ ਤਾਂ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਨਹੀਂ ਦੱਸ ਸਕਦੇ। ਤੇ ਇੱਕ ਛੋਟੀ ਜੀ ਕੋਸ਼ਿਸ਼ ਸੀਗੀ ਤੁਹਾਨੂੰ ਉਸ ਸੂਰਮੇ ਦੀ ਗਾਥਾ ਦੇ ਨਾਲ, ਉਹਦੀ ਜੀਵਨੀ ਦੇ ਨਾਲ ਜਾਣੂ ਕਰਾਉਣ ਦੀ। ਤਾਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਕੋਈ ਮਾੜੇ ਚੰਗੇ ਬੋਲ ਲੱਗੇ ਹੋਣਗੇ ਉਹਦੇ ਵਾਸਤੇ ਮਾਫੀ ਹੈ। ਬਾਕੀ ਤੁਹਾਨੂੰ ਨੈਕਸਟ ਵੀਡੀਓ ਦਵਾਂਗੇ ਆਪਾਂ ਭਾਈ ਮਣੀ ਸਿੰਘ ਜੀ ਦੇ ਉੱਪਰ, ਜਿਹਦੇ ਕਾਫੀ ਮੈਨੂੰ ਮੈਸੇਜ ਆਏ ਮੇਰੇ ਭੈਣਾਂ ਦੇ। ਤਾਂ ਅਗਲੀ ਵੀਡੀਓ ਆਪਾਂ ਉੱਤੇ ਲੈ ਕੇ ਆਵਾਂਗੇ। ਸ਼ੁਕਰੀਆ ਜੀ, ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਜਵਾਨੀਆਂ ਮਾਣੋ, ਪ੍ਰਮਾਤਮਾ ਤੁਹਾਨੂੰ ਨੌਕਰੀ ਦੀ ਦਾਤ ਬਖਸ਼ੇ। ਸ਼ੁਕਰੀਆ ਜੀ।